ਹੁਣ ਸਾਡੇ ਕੋਲ ਭਾਈ ਸਾਹਿਬ भाई मोहन सिंह जी कौम के प्रचारक साढ़े को पहुँचे हुए हैं। ਉਹਨਾਂ पासों इतिहासक विचारां गुरमत विचारां सरवण करिए, एकाग्रता बख्शिश करनी जी। इस तो बाद साढ़े कोल पंथ के महान विद्वान बुलारे डॉक्टर हरसिंदर कौर जी साढ़े कोल पहुँच चुके हैं। उन्होंने भी अपने विचार रखने हैं, सब संगतां ने सरवण करके ही जाना है। वाहिगुरु जी का खालसा, वाहिगुरु जी की फतेह। गुरु साहिब जीओ ज्ञान ध्यान किच कर्म ना जाना, सार ना जाना तेरी, सब ते वड्डा सतगुर नानक, जिन कल राखी मेरी, सब ते वड्डा सतगुर नानक, जिन कल राखी मेरी। जुग हो जुग अटल, बादशाह दरवेश, दो जहाना दे वाली, मानवता दे रहबर, रहमतां दे सागर, शब्द ब्रह्म सतगुरु, धन गुरु ग्रंथ साहिब सच्चे पातशाह जी दी पावन पवित्र हजूरी अंदर जुड़ बैठी साध संगत। विचारां दी आरंभता तो पहला जिन्नियां भी संगतां गुरु दरबार दे विच जुड़ के बैठियां ने, खास करके बीबियां दे चरनां दे विच बेनती है कि अपनियां गल्लां नूं संकोचदियां होयां गुरु के बचनां वाल विशेष तौर ते ध्यान देना है, क्योंकि डॉक्टर हरसिंदर कौर जी ने भी अज दा जो टॉपिक है बीबियां दे बारे ही उन्होंने मुकर्रर किया है। ते दास ने भी धन गुरु नानक साहब सच्चे पातशाह जी दे ओ बचन भंड जमीए भंड निमीए, जेड़ा कि आसा दे वार दे अंदर रोज आपां सरवण करने, सो क्यों मंदा आखिए, जित जमे राजान। इन्हां पंक्तियां नूं ही आधार बना के आप जी दे नाल विचारां कीतियां जाणियां ने। इस करके जिहड़ियां संगतां थोड़ियां पिछे जुड़ के बैठियां ने, बेनती है भी थोड़ी जी अगे आ जाओ, एकाग्रता होर बन जाएगी। बीबियां वाल भी बेनती है। ते विचारां दी आरंभता तो पहला गुरु बाबा जी दी बख्शिश फतेह प्रवानो। करो कृपा गुरमुख प्यारिओ। वाहिगुरु जी का खालसा, वाहिगुरु जी की फतेह। धन गुरु नानक साहब सच्चे पातशाह जी ने आसा की वार दा जो श्लोक, जो सिख समाज दे विशेष करके नितनेम दे विच भी शामिल है कि हर गुरुद्वारे दे विच आसा की वार दा कीर्तन जदों हुंदा है ते असी बार बार ये पंक्तियां पढ़ने, सो क्यों मंदा आखिए, जित जमे राजान। ते एक विद्वान दा कथन है, उन्हें आरंभता की भी गुरु साहब जी नूं ये रोजाना दे नितनेम दे विच क्यों लोड़ पै गई।
ਇਹ ਹਰ ਸਿੱਖ ਨੂੰ ਵਿਸ਼ੇਸ਼ ਕਰਕੇ ਇਹ ਦ੍ਰਿੜ ਕਰਵਾਉਣ ਦੀ ਵੀ ਔਰਤ ਨੂੰ ਮੰਦਾ ਨਹੀਂ ਕਹਿਣਾ। ਉਹਦਾ ਕਾਰਨ ਸੀ, ਜੇ ਮਨੁੱਖਤਾ ਦਾ ਇਤਿਹਾਸ ਪੜ੍ਹੀਏ, ਭਾਵੇਂ ਕੋਈ ਧਾਰਮਿਕ ਰਹਿਬਰ ਹੈ, ਫਿਲਾਸਫਰ ਹੈ, ਕਿਸੇ ਵੀ ਫੀਲਡ ਦੇ ਵਿੱਚ ਕੋਈ ਬੰਦਾ ਅੱਗੇ ਵਧਿਆ ਹੈ, ਵਿਸ਼ੇਸ਼ ਕਰਕੇ ਔਰਤ ਦੇ ਨਾਲ ਡਿਸਕ੍ਰਿਮੀਨੇਸ਼ਨ ਦੀ ਗੱਲ ਉਹਦੇ ਦਿਮਾਗ ਦੇ ਵਿੱਚ ਰਹੀ ਹੈ। ਤੇ ਕਿਸੇ ਨੇ ਵੀ ਗੁਰੂ ਨਾਨਕ ਸਾਹਿਬ ਜੀ ਤਰ੍ਹਾਂ ਔਰਤ ਦੇ ਨਾਲ ਇਨਸਾਫ ਨਹੀਂ ਕੀਤਾ। ਜੇ ਕਿਧਰੇ ਵੱਖ-ਵੱਖ ਧਰਮਾਂ ਦੀ ਵਿਚਾਰਧਾਰਾ ਪੜ੍ਹੀ ਜਾਏ, ਅੱਜ ਭਾਵੇਂ ਈਸਾਈ ਸਮਾਜ ਦੇ ਵਿੱਚ ਔਰਤ ਦੇ ਨਾਲ ਉਹਨਾਂ ਧੱਕਾ ਨਹੀਂ ਹੁੰਦਾ, ਪਰ ਕਿਧਰੇ ਵੀ ਔਰਤ ਨੂੰ ਪੋਪ ਬਣਨ ਦਾ ਅਧਿਕਾਰ ਨਹੀਂ ਸੀ ਈਸਾਈ ਸਮਾਜ ਦੇ ਵਿੱਚ ਖਾਸ ਕਰਕੇ। ਇਸੇ ਤਰ੍ਹਾਂ ਇਸਲਾਮ ਦੀ ਜੇ ਕਿਧਰੇ ਧਾਰਮਿਕ ਫਿਲਾਸਫੀ ਪੜ੍ਹ ਲਈ ਜਾਏ ਤੇ ਦੋ ਔਰਤਾਂ ਨੂੰ ਇੱਕ ਮਰਦ ਦੇ ਬਰਾਬਰ ਮੰਨਿਆ ਗਿਆ ਸੀ। ਔਰਤ ਨੂੰ ਮਸਜਿਦ ਦੇ ਵਿੱਚ ਜਾਣ ਦਾ ਅਧਿਕਾਰ ਨਹੀਂ ਸੀ। ਧਾਰਮਿਕ ਤੌਰ ਤੇ ਜੋ ਅਧਿਕਾਰ ਬੰਦੇ ਦੇ ਹੋਣੇ ਚਾਹੀਦੇ ਨੇ ਉਹ ਔਰਤ ਦੇ ਜਿਹੜੇ ਨਹੀਂ ਸਨ। ਇਸੇ ਤਰ੍ਹਾਂ ਜੇ ਬੁੱਧ ਧਰਮ ਦੀ ਫਿਲਾਸਫੀ ਪੜ੍ਹੀਏ ਤੇ ਜ਼ਿਕਰ ਮਿਲਦਾ ਹੈ ਕਿ ਮਹਾਤਮਾ ਬੁੱਧ ਜੀ ਉਹਨਾਂ ਦੇ ਬਚਪਨ ਦੇ ਵਿੱਚ ਹੀ ਮਾਤਾ ਜੀ ਤੇ ਚੜ੍ਹਾਈ ਕਰ ਗਏ ਸਨ। ਚਾਚੀ ਨੇ ਉਹਨਾਂ ਨੂੰ ਪਾਲਿਆ ਸੀ ਤੇ ਜਦੋਂ ਆਪਣੇ ਧਰਮ ਦਾ ਪ੍ਰਚਾਰ ਆਰੰਭ ਕੀਤਾ, ਉਹਨਾਂ ਦੇ ਨਾਲ ਜੁੜੀ ਹੋਈ ਇੱਕ ਘਟਨਾ ਹੈ ਕਿ ਉਹਨਾਂ ਦੀ ਚਾਚੀ ਨੇ ਤੇ ਉਹਨਾਂ ਦੀ ਭੈਣ ਨੇ ਗੱਲ ਕਹੀ ਸੀ, ਬੇਟਾ ਸਾਨੂੰ ਆਪਣੇ ਮਜ਼ਹਬ ਦੇ ਵਿੱਚ ਸ਼ਾਮਲ ਕਰ ਲੈ। ਹਾਲਾਂਕਿ ਮਹਾਤਮਾ ਬੁੱਧ ਜੀ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਔਰਤ ਦਾ ਬੜਾ ਸਤਿਕਾਰ ਕਰਦੇ ਸਨ, ਪਰ ਜੋ ਅਵੇਲੇਬਲ ਹਿਸਟਰੀ ਹੈ ਜਿਹਦੇ ਮੁਤਾਬਕ ਉਹਨਾਂ ਦੀ ਇੱਕ ਸਟੇਟਮੈਂਟ ਨੂੰ ਆਮ ਕਰਕੇ ਕੋਟ ਕੀਤਾ ਜਾਂਦਾ ਹੈ ਤੇ ਕਹਿੰਦੇ ਨੇ ਉਹਨਾਂ ਨੇ ਬਚਨ ਕਹੇ ਸਨ ਕਿ ਮਾਂ, ਮੈਂ ਇੱਕ ਔਰਤ ਨੂੰ ਆਪਣੇ ਮਜ਼ਹਬ ਦੇ ਵਿੱਚ ਸ਼ਾਮਲ ਨਹੀਂ ਕਰ ਸਕਦਾ। ਜੇ ਕਿਧਰੇ ਔਰਤ ਮੇਰੇ ਮਜ਼ਹਬ ਦੇ ਵਿੱਚ ਸ਼ਾਮਲ ਹੋ ਗਈ, ਮੇਰੇ ਮਜ਼ਹਬ ਦੀ ਉਮਰ ਘਟ ਕੇ ਜਿਹੜੀ ਥੋੜੀ ਹੋ ਜਾਏਗੀ। ਤੇ ਜਦੋਂ ਉਹਨੇ ਸ਼ਾਮਲ ਕੀਤਾ ਤੇ ਉਦੋਂ ਉਹਨਾਂ ਦੇ ਜਵਾਬ ਸੀ ਕਿ ਮਜ਼ਹਬ ਦੀ ਉਮਰ ਹਜ਼ਾਰਾਂ ਸਾਲ ਸੀ, ਪਰ ਔਰਤ ਨੂੰ ਸ਼ਾਮਲ ਕਰਨ ਕਰਕੇ ਘਟ ਕੇ ਸੈਂਕੜੇ ਸਾਲ ਹੋ ਗਈ ਹੈ। ਅੱਜ ਵੀ ਜਿਹੜੀ ਇਹ ਅਖਬਾਰਾਂ ਦੇ ਵਿੱਚ ਵੀ ਜਦੋਂ ਕੋਈ ਵਿਦਵਾਨ ਵਿਸ਼ੇਸ਼ ਕਰਕੇ ਔਰਤ ਦੀ ਗੱਲ ਕਰਦੇ ਨੇ, ਕਈ ਵਾਰੀ ਇਹ ਸਟੇਟਮੈਂਟ ਕੋਟ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਜੈਨ ਮਤ ਦੇ ਵਿੱਚ ਮੰਨਿਆ ਗਿਆ ਸੀ ਕਿ ਔਰਤ ਜਿੰਨੇ ਮਰਜ਼ੀ ਧਰਮ ਦੇ ਕਰਮ ਕਰ ਲਏ, ਉਹ ਮੁਕਤੀ ਨੂੰ ਪ੍ਰਾਪਤ ਨਹੀਂ ਕਰ ਸਕਦੀ, ਕਿਉਂਕਿ ਔਰਤ ਦੇ ਵਿੱਚ ਰੂਹ ਹੀ ਨਹੀਂ ਹੁੰਦੀ। ਹਾਂ, ਜੇ ਇਸ ਮਜ਼ਹਬ ਜੀਵਨ ਦੇ ਵਿੱਚ ਉਹ ਚੰਗੇ ਕੰਮ ਕਰੇਗੀ, ਮਜ਼ਹਬ ਦੀ ਪੂਰੀ ਰਹਿਤ ਦੀ ਪਾਲਣਾ ਕਰੇਗੀ, ਅਗਲਾ ਜਨਮ ਉਹਨੂੰ ਇੱਕ ਮਰਦ ਦਾ ਮਿਲੇਗਾ, ਫਿਰ ਕਿਧਰੇ ਜੈਨ ਧਰਮ ਨੂੰ ਅਪਣਾ ਕੇ ਉਹਦੀ ਮੁਕਤੀ ਸੰਭਵ ਹੈ। ਨਹੀਂ ਤੇ ਔਰਤ ਰੂਪ ਦੇ ਵਿੱਚ ਉਹਦੀ ਮੁਕਤੀ ਹੀ ਸੰਭਵ ਨਹੀਂ ਸੀ ਮੰਨੀ ਗਈ। ਇਸੇ ਤਰ੍ਹਾਂ ਯਹੂਦੀ ਮਤ ਵਾਲੇ ਆਪਣੇ ਬੱਚਿਆਂ ਕੋਲੋਂ ਅਰਦਾਸ ਕਰਵਾਉਂਦੇ ਰਹੇ ਨੇ ਕਿ ਇਹ ਖੁਦਾ ਅੱਲਾਹ ਤਾਲਾ, हे खुदा, तेरा लख लख शुक्र है कि तू सानू औरत जां काफर पैदा नहीं किया। इस तरह मन्ने परमन्ने फिलोसफर अरस्तू ने यह गल कह दी कि औरत अपूर्ण ते नामुकम्मल चीज़ है। इस तरह टालस्टाई कहता औरत मर्द की कमजोरी का दूसरा ना औरत है। कार्ल मार्क्स जिन्हें कम्यूनिज्म का सिद्धांत दिता, उत्थे ते औरतों की दशा होर भी माड़ी बयान की गई सी। इतों तक भी बदले का दूजा ना औरत नूं जिहड़ा कहा गया भी बदले का दूजा ना औरत है। हुण बदला दुश्मन तो लिया जाता है। ते इहो जिहियां जिथे सारे लोग अपनियां अपनियां गल्लां कह रहे सन, गुरु नानक साहब सच्चे पातशाह जी ने पहली बारी जिहड़ी गल कही, 100 क्यों मंदा आखिया जित जमे राजान। इत्थों तक हिंदुस्तान के महान कवि रविंद्रनाथ टैगोर वर्गिया ने गल कही सी कि हे औरत, तू अद्धी सच्चाई है ते अद्धा सुपना। 1988 की घटना है। हिंदू कौम की महान आत्मा स्वामी शंकराचार्य ते किसी ने सवाल किया सी कि अज समाज पढ़ लिख भी गया है, सारे मजहबां दे विच लोकां नूं बराबर का दर्जा दिता जा रहा है,
ਉਹਨਾਂ ਦਾ ਜਵਾਬ ਸੀ, ਭਾਵੇਂ ਸਮਾਜ ਜਿੰਨਾ ਮਰਜ਼ੀ ਪੜ੍ਹ ਲਿਖ ਜਾਏ, ਲੋਕ ਜਿੰਨੇ ਮਰਜ਼ੀ ਅਗਾਂਹ ਵਧੂ ਹੋਣ, ਪਰ ਮੈਂ ਸ਼ੂਦਰ ਨੂੰ ਤੇ ਔਰਤ ਨੂੰ ਬਰਾਬਰ ਵੇਦਾਂ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਦੇ ਸਕਦਾ। ਤੇ ਉਹਨਾਂ ਦੀ ਇੱਥੋਂ ਤੱਕ ਗੱਲ ਸੀ ਵੀ ਜਦੋਂ ਪੁੱਛਿਆ ਜੀ ਸਵਾਮੀ ਜੀ ਨਰਕਾਂ ਦਾ ਮੁੱਖ ਦਰਵਾਜ਼ਾ ਕਿਹੜਾ ਹੈ, ਤੇ ਔਰਤ ਨੂੰ ਨਰਕਾਂ ਦਾ ਮੁੱਖ ਦਰਵਾਜ਼ਾ ਜਿਹੜਾ ਬਿਆਨ ਕੀਤਾ ਗਿਆ। ਮੁਸਲਮਾਨ ਕੌਮ ਦੇ ਇਤਿਹਾਸ ਦੇ ਵਿੱਚ ਜ਼ਿਕਰ ਹੈ, मौलवी रुकनुद्दीन ते किसी ने सवाल किया सी कि एक औरत अगर मर्दों की नमाज में शामिल हो जाए तो कितने मर्दों की नमाज फासिद होती है, बेकार चली जाती है। तो उसका जवाब सी 3 मर्दों की, एक जो उसके दाएं हो, बाएं हो और पीछे हो। मन अपना कंट्रोल नहीं ते औरत नूं धार्मिक अस्थान ते दाखल होने का अधिकार तक ਜਿਹੜਾ ਖੋਹ ਲਿਆ ਗਿਆ ਸੀ। ਇੰਗਲੈਂਡ ਦੇ ਮੰਨੇ ਪਰਮੰਨੇ ਫਿਲਾਸਫਰ ਹੋਏ ਨੇ ਮਿਸਟਰ ਚੈਸਟਰਫੀਲਡ, ਉਹਨਾਂ ਨੇ ਗੱਲ ਕਹੀ ਸੀ ਵੀ ਕੁਦਰਤ ਦੇ ਵਿੱਚ ਔਰਤ ਦਾ ਪੈਦਾ ਹੋਣਾ ਇਹ ਰੱਬ ਦੀ ਗॉड ਦੀ ਇੱਕ ਮਜ਼ੇਦਾਰ ਗਲਤੀ ਹੈ ਵੀ ਉਹਨੇ ਕੁਦਰਤ ਦੇ ਵਿੱਚ ਔਰਤ ਨੂੰ ਜਿਹੜਾ ਪੈਦਾ ਕੀਤਾ ਹੈ। ਜਿੱਥੇ ਕਿਸੇ ਨੇ ਵੀ ਔਰਤ ਦੇ ਨਾਲ ਇਨਸਾਫ ਨਾ ਕੀਤਾ, ਭਾਈ ਗੁਰਦਾਸ ਜੀ ਦੇ ਬਚਨਾਂ ਦੇ ਮੁਤਾਬਕ ਸੁਣੀ ਪੁਕਾਰ ਦਾਤਾਰ ਪ੍ਰਭ गुरु नानक जग माहे पठाया, धन गुरु नानक साहब सच्चे पिता जी ने जिथे बाकी दुखी लोकाई दी बाह फड़ी, मनुखता दे लई एक नवा धर्म, सारी मनुखता दे लई एक सरबत दे भले वाला मिशन गुरु नानक साहब जी ने आरंभ किया। उत्थे औरतां नूं विशेष करके अज इतिहासकार कहंदे ने गुरु नानक साहब जी दी पहली सिख एक औरत बीबी नानकी जी होए ने। इतों तक भी घटना है, धन गुरु नानक साहब जी ने वैसे तो औरत दे एक एक सारे पक्षां दे उत्ते गल कीती अपनी बाणी दे विच, इतिहास दे राहीं औरत नूं बिल्कुल बराबर दा दर्जा दिवाण दे लई सतगुरु जी ने केवल बाणी दे विच कहा नहीं बल्कि बड़े यतन कीते ने। 9 साल दी उम्र सी जदों धन गुरु नानक साहब जी नूं जनेऊ पाया जान लगा। तुहानूं सारिआं नूं पता है इतिहासक घटना दा, ते जदों पंडित जी ने जनेऊ पाना शुरू किया ते गुरु साहब जी ने रोक लिया, पुछया पंडित जी ये जनेऊ पाण दे नाल की हुंदा है? ते पंडित कहन लगा बेटा इहदे नाल बंदा धर्म दे विच शामिल हो जाता है, फिर वो वेद पढ़ सकदा, धर्म दी सारे कर्म वो निभा सकता है, ਇਹਦੇ ਨਾਲ ਬੰਦੇ ਨੂੰ ਮੁਕਤੀ ਮਿਲਦੀ ਹੈ ਜਾਂ ਸਵਰਗ ਦੇ ਵਿੱਚ ਚਲਾ ਜਾਂਦਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਨੇ ਉਸੇ ਸਮੇਂ ਇਹ ਗੱਲ ਕਹੀ ਕਿ ਜੇ ਬੰਦਾ ਧਰਮ ਦੇ ਵਿੱਚ ਸ਼ਾਮਲ ਹੁੰਦਾ ਹੈ ਤੇ ਫਿਰ ਮੇਰੇ ਤੋਂ 5 ਸਾਲ ਵੱਡੇ ਨੇ ਬੇਬੇ ਨਾਨਕੀ ਜੀ, ਸਤਿਕਾਰ ਦੇ ਨਾਲ ਭੈਣ ਨਾਨਕੀ ਜੀ। ਵੇਖੋ ਅਸੀਂ ਦੋਵੇਂ ਭੈਣ ਭਰਾ ਇਕੱਠੇ ਖੇਡਦੇ ਆ, ਇਕੱਠੇ ਘਰ ਦੇ ਵਿੱਚ ਰੋਟੀ ਖਾਂਦੇ ਆ, ਸਾਡਾ ਆਪਸ ਵਿੱਚ ਬੜਾ ਪ੍ਰੇਮ ਹੈ। ਤੇ ਮੇਰੀ ਬੇਨਤੀ ਹੈ ਪਹਿਲਾਂ ਸਭ ਤੋਂ ਮੇਰੀ ਭੈਣ ਜੀ ਬੇਬੇ ਨਾਨਕੀ ਜੀ ਨੂੰ ਸ਼ਾਮਲ ਕੀਤਾ ਜਾਏ ਮਜ਼ਹਬ ਦੇ ਵਿੱਚ, ਉਹਨਾਂ ਨੂੰ ਜਨੇਊ ਪਾਇਆ ਜਾਏ। ਤੇ ਪੰਡਤ ਜੀ ਨੇ ਇਨਕਾਰ ਕਰ ਦਿੱਤਾ, ਕਹਿਣ ਲੱਗੇ ਬੇਟਾ ਸ਼ਾਇਦ ਤੈਨੂੰ ਪਤਾ ਨਹੀਂ ਕਿ ਔਰਤ ਨੂੰ ਜਨੇਊ ਪਾਉਣ ਦਾ ਅਧਿਕਾਰ ਨਹੀਂ, ਵੇਦ ਪੜਨ ਦਾ ਅਧਿਕਾਰ ਨਹੀਂ। ਤੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ ਸਨ ਵੀ ਜਿਹੜਾ ਮਜ਼ਹਬ ਜਿਹਦੇ ਅੰਦਰ ਇੰਨੀ ਕਠੋਰਤਾ ਹੈ, इन्ना भेदभाव ते विदकरा है कि औरत नूं जिन्हों अकाल पुरख वाहिगुरू ने पैदा किया सारी मनुखता नूं चलाए लखन लई जरूरी मनुखता दा हिस्सा है, जिहड़ा उहनूं बराबर समझण दे लई तैयार नहीं, असल दे विच उस दे विच दया नहीं हो सकती, उस कठोरता दे विच धर्म भी पैदा नहीं हो सकता। इहो जे कठोर बंदे दे जीवन दे विच अकाल पुरख भी नहीं कदे आ सकता। इस करके सब तो पहली गल कि जे औरत दे नाल विदकरा कर किया जाता है तो मैं उस मजहब नूं मजहब मनण लई तैयार नहीं, ते ओ जनेऊ भी पाण दे लई तैयार नहीं। ते ये गुरु साहब जी की कोई मामूली जी घटना नहीं सी। उस समय तक इत्थों तक पढ़े लिखे समाज दे विच भी औरतां नूं जिहड़ा पढ़न दा इन्ना अधिकार नहीं सी। गुरु नानक साहब जी तो पहला हिंदुस्तान दे विच ते क्योंकि एजुकेशन जिहड़ा अंग्रेज़ां वाला सिस्टम स्कूलों वाला तो हुंदा नहीं सी,
आम करके लोग काजियां कोलों जां पंडितां कोलों पढ़दे सन ते वेद पढ़न का अधिकार नहीं सी, उन्होंने औरतां नूं पूਰਨ तौर पर अनपढ़ ही रखिया जाता सी। इतों तक 1843 ਦੇ ਵਿੱਚ ਪਹਿਲੀ ਵਾਰੀ अमेरिका ਦੇ ਵਿੱਚ एक लड़की ने BA की डिग्री ਲਈ ਸੀ। नहीं तो पढ़े इन्हां देशां दे अंदर भी ਜਿਹੜਾ औरत नूं पढ़न दे बंदे दे बराबर अधिकार नहीं सी। पर धन गुरु नानक साहब जी ने पहले जामे दे अंदर ही अपने पहले सिख ही बेबे नानकी नूं बनाया, बराबर एजुकेशन का अधिकार दवाया गुरु साहब जी ने यतन किया। ते फिर जिहड़ा गुरु साहब जी ने सारे धर्म करम दे विच जिहड़ा बराबर बेबे नानकी जी बिल्कुल उन्हां दा जदों गुरु नानक साहब जी का सत्कार नाल नाम लैने आ ते बेबे नानकी जी नूं भी आपां सत्कार दे नाल अज याद करने आ। फिर औरत दे जीवन दे होर बड़े पक्ष सन। अज भी वेखो घर दे अंदर बंदा हिंदुस्तान दे अंदर अजकल भावें पढ़े लिखे समाज दे विच सोच थोड़ी जी घटदी जा रही है, नहीं तो आम करके सोच यही भारू रही है कि वेखो जी पुत्रां दे नाल ही अगे कुल चलदी है ते पुत्रां दे नाल ही वंश दा नां रहिंदा है। ते कई बंदियां ने गुरु ग्रंथ साहब की बाणी नूं भी कईयां ने मिस इंटरप्रटेशन करदियां होया, गलत उहदी व्याख्या करदियां होया। जिवें गुरु साहब जी की बाणी दीयां पंक्तियां ने पुत्ती गंढ पवै संसार, भी वेखो जी गुरबाणी दे विच भी लिखिया है कि पुत्रां नाल ही संसार दे अंदर गंढ पैंदी है। ते हालांकि गुरु ग्रंथ साहब की बाणी की ग्रामैटिकली नॉलेज ना होने करके ते आम सिख समाज क्योंकि गुरु ग्रंथ साहब की बाणी नालों भी बहुता टुटा ही होया, ते जिस करके समझ ना होने करके लोग इहदी व्याख्या प्रचारक जां साध संत पहला ये भी करते रहे ने कि वेखो जी गुरबाणी दे विच भी लिखिया है जी पुत्रां नाल ही गंढ पैंदी है संसार दे विच। हालांकि पूरा जिहड़ा शब्द है ये जिहड़ा पुत्ती शब्द है इत्थे कलैक्टिव नाउन है। गुरु साहब जी कह रहे ने गोरी सेती टुटै पधार पुत्ती गंढ पवै संसार, जिहदा मतलब है पति ते पत्नी दे विच अणबण हो जाए। अज भी तुसी वेखो सैपरेशन हो जाए जां बिल्कुल वख हो जाण ते औलाद इस गल दी सूचक हुंदी है कि ये दोवें शख्स पति पत्नी दे रूप दे विच विचर चुके ने संसार दे अंदर। उहदा मतलब ये नहीं भी संसार दे अंदर पुत्रां नाल गंढ पैंदी है। हालांकि धीआं पुत्तर होण भी जे बंदे ने चंगे काम नहीं कीते ते इसे शब्द दीआं अगली पंक्तियां ने लास्ट दे विच गुरु साहब ने कनक्लूजन कढ़िया है ते गुरु साहब जी कहते हैं मूया गंढ नेकी सत होए, जे जीवन दे विच साचे ते नेकी है ते मरण तो बाद बंदे दी संसार नाल गंढ रहेगी। जे सच ते नेकी नहीं, गुरु साहब जी ने उदाहरणा दित्तियां ने बाणी दे अंदर रावण वर्गियां दियां कि 1 लाख पूत 1.25 लाख नाती ते रावण घर दिया ना बाती, भी काम उहदे चंगे नहीं सी। 1 लाख पुत्र उहदे मन्ने जांदे ने, 1.25 लाख पोतरे, क्योंकि है ही वैसे इमेजिनेशन मिथोलॉजी दी। ते गुरु साहब जी ने वो एग्जाम्पल लैके कहा वेखो जे काम नेक नहीं सी ते घर दे विच दीवा जगाण वाला कोई नहीं रहा, ते जे इसे तरह धीआं पुत्र हो भी जाण बंदे दे काम नेक ना होण, उन्हें समाज दे भले लई कोई रोल प्ले ना कीता जाए होवे ते वो इसे तरह मिट जांदा जिवें रावण दे इन्ने पुत्र ते पोतरे हुंदियां भी उहदा दीवा जगाण वाला कोई नहीं रहा। ते जे किधरे बंदे दे धीआं पुत्र ना भी होण, काम उन्हें नेक कीते होण, क्योंकि ये भी एक औरत दी जिंदगी दा पक्ष है। बेबे नानकी जी दे घर दे विच धी जां पुत्र औलाद नहीं सी। अज भी तुसी वेखो जिन्ना बच्चियां नूं किधरे फिजिकली इहो जी प्रॉब्लम होवे, कुदरत करके वो घर दे विच बच्चे नूं जन्म ना दे सकन, सारी जिंदगी उन्हां दी नरक वर्गी जिंदगी जिउण ते उन्हां नूं मजबूर कर दिता जांदा है। आफ्टर मैरिज साडे हिंदुस्तानी कल्चर दे विच तां बार-बार ताने दिते जांदे ने, खुशियां दे समागमां तो उन्हां नूं दूर कई वार रखिया जांदा है। घर दे विच बीबियां उन्हां नूं अपने बच्चे नहीं चुकण दिंदियां भी इहदे औलाद नहीं, इह कलैणी है, ते इस तरह करके उहनूं जिहड़ा घर दे विच होर ज़्यादा दुखी परेशान किया जाता है। छोटी छोटी गल तो उहनूं छड्ड देण दीआं धमकियां दित्तियां जांदियां ने, वो एक गुलाम बन के सारी जिंदगी कट्टण दे लई मजबूर हो जाती है। पर वेखो बेबे नानकी जी दे घर दे विच भी धी ते पुत्र कोई औलाद नहीं सी। उस रूप दे विच भी धन गुरु नानक साहब जी दे नाल एक बारी गलबात करदे आं,
ਵੀ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ ਹੈ। ਬੇਬੇ ਨਾਨਕੀ ਦੀ ਨਾ ਤਾਂ ਸੱਸ ਨੇ ਉਹਨੂੰ ਸਾਰੀ ਜ਼ਿੰਦਗੀ ਤਾਨਾ ਦਿੱਤਾ, ਨਾ ਉਹਨਾਂ ਦੇ ਪਤੀ ਜੀ ਨੇ, ਤੇ ਨਾ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਾਵੇਂ ਉਹਦੀ ਰਜ਼ਾ ਦੇ ਵਿੱਚ ਉਹਨਾਂ ਦੇ ਘਰ ਧੀਆਂ ਪੁੱਤਰ ਕੋਈ ਔਲਾਦ ਨਹੀਂ ਹੋਈ, ਪਰ ਉਹਨਾਂ ਨੇ ਇਸ ਗੱਲ ਦਾ ਕੋਈ ਦੁੱਖ ਨਹੀਂ ਮਨਾਇਆ, ਕਿਉਂਕਿ ਆਪਣਾ ਸਮੁੱਚਾ ਜੀਵਨ ਉਹਨਾਂ ਨੇ ਮਨੁੱਖਤਾ ਦੀ ਸੇਵਾ ਨੂੰ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਭੇਟ ਕੀਤਾ ਸੀ ਉਸੇ ਤਰ੍ਹਾਂ ਕਰ ਦਿੱਤਾ ਹੋਇਆ ਸੀ। ਅੱਜ ਵੀ ਤੁਸੀਂ ਵੇਖੋ ਮਦਰ ਟਰੇਸਾ ਵਰਗੀਆਂ ਹੋਰ ਔਰਤਾਂ ਨੇ, ਜਾਂ ਬਾਬਾ ਦੀਪ ਸਿੰਘ, ਭਾਈ ਗੁਰਦਾਸ ਜੀ ਵਰਗਿਆਂ ਦੀਆਂ ਉਦਾਹਰਨਾਂ, ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਸੀ, ਪਰ ਅੱਜ ਉਹਨਾਂ ਨੇ ਜੇ ਲੋਕਾਂ ਦੀ ਭਲਾਈ ਦੇ ਲਈ, ਮਨੁੱਖਤਾ ਲਈ ਆਪਣਾ ਆਪਾ ਜ਼ਿੰਦਗੀ ਦੇ ਵਿੱਚ ਵਾਰਿਆ ਹੈ, ਜੀਵੇ ਨੇ, ਤੇ ਉਹਨਾਂ ਨੂੰ ਅੱਜ ਸਾਰੀ ਦੁਨੀਆ ਦੇ ਨਾਲ ਉਹਨਾਂ ਦੀ ਸਾਂਝ ਹੈ, ਕਿਉਂਕਿ ਉਹਨਾਂ ਨੇ ਚੰਗੇ ਕੰਮ ਕੀਤੇ ਨੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਇੱਕ ਔਰਤ ਨੂੰ ਉੱਚਾ ਚੁੱਕਣ ਲਈ ਇਹ ਪੱਖ, ਤੇ ਇਹ ਕੇਵਲ ਇਮੋਸ਼ਨਲ ਹੋ ਕੇ ਨਾ, ਔਰਤ ਨੂੰ ਉਹਨਾਂ ਹਾਲਾਤਾਂ ਦੇ ਅੰਦਰ ਦ੍ਰਿੜ ਹੋ ਕੇ ਆਪਣੇ ਅੰਦਰ ਇੰਨੀ ਲਿਆਕਤ ਤੇ ਦੁਨੀਆ ਦੇ ਅੰਦਰ ਇੰਨੀ ਸੇਵਾ ਕਰਕੇ ਆਪਣੀ ਇੰਪੋਰਟੈਂਸ ਬਣਾ ਲੈਣੀ ਚਾਹੀਦੀ ਹੈ ਕਿ ਉਹਨੂੰ ਕਦੇ ਵੀ ਆਪਣੇ ਧੀ ਤੇ ਪੁੱਤਰ ਦੀ ਘਾਟ ਮਹਿਸੂਸ ਨਾ ਹੋਵੇ, ਜੇ ਕਿਧਰੇ ਅਕਾਲ ਪੁਰਖ ਵਾਹਿਗੁਰੂ ਜਾਂ ਕੁਦਰਤ ਕਰਕੇ ਉਹਦੇ ਜੀਵਨ ਦੇ ਅੰਦਰ ਇਹ ਘਾਟ ਹੈ। ਗੁਰੂ ਸਾਹਿਬ ਜੀ ਨੇ ਜੀਵਨ ਦੇ ਹਰ ਪੱਖ ਤੇ, ਫਿਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਆਮ ਕਰਕੇ ਉਦੋਂ ਰਾਜਿਆਂ ਦੇ ਘਰਾਂ ਦੇ ਵਿੱਚ ਜਿਹੜੀ ਤਵਾਇਫ ਹੋਇਆ ਕਰਦੀਆਂ ਸਨ, ਉਹਨਾਂ ਨੇ ਆ ਕੇ ਗੁਰੂ ਸਾਹਿਬ ਜੀ ਦੇ ਸਾਹਮਣੇ ਹਾਵ-ਭਾਵ ਕਰਨੇ ਸ਼ੁਰੂ ਕਰ ਦਿੱਤੇ, ਨੱਚਣਾ ਸ਼ੁਰੂ ਕਰ ਦਿੱਤਾ। ਇਹ ਇਤਿਹਾਸਕ ਘਟਨਾ ਸੀ, ਸਾਰਿਆਂ ਨੇ ਸੁਣੀ। ਮੈਂ ਕੇਵਲ ਸਾਖੀਆਂ ਨੂੰ ਜ਼ਿਆਦਾ ਲਮਕਾ ਕੇ ਨਾ, ਇਹਦੇ ਵਿੱਚੋਂ ਜਿਹੜਾ ਅੱਜ ਸਾਨੂੰ ਸਿੱਖਣ ਲਈ ਜਿਹੜਾ ਗੁਰੂ ਸਾਹਿਬ ਜੀ ਨੇ ਸੇਧ ਬਖਸ਼ਿਸ਼ ਕੀਤੀ ਹੈ, ਉਸ ਸਮੇਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਕਿ ਬੇਟਾ, ਗਾਛੋ ਪੁੱਤਰੀ ਰਾਜ ਕੁਆਰ, ਨਾਮ ਭਣੋ ਸੱਚ ਦੋਤ ਸਵਾਰ। ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਸਰੀਰ ਦਿੱਤਾ ਹੈ ਬੰਦਗੀ ਕਰਨ ਲਈ, ਸਮਾਜ ਦੀ ਭਲਾਈ ਕਰਨ ਲਈ, ਮਨੁੱਖਤਾ ਦੀ ਸੇਵਾ ਲਈ। ਤੁਸੀਂ ਇੱਕ ਭੋਗਣ ਵਾਲੀ ਵਸਤੂ ਬਣ ਕੇ ਸਮਾਜ ਦੀ ਇੰਟਰਟੇਨਮੈਂਟ ਵਾਸਤੇ ਨਹੀਂ ਪੈਦਾ ਹੋਏ। ਇਸ ਕਰਕੇ ਜਾਓ, ਆਪਣੇ ਅੰਦਰ ਇੰਨੀ ਲਿਆਕਤ ਪੈਦਾ ਕਰੋ ਕਿ ਘਰਾਂ ਦੇ ਵਿੱਚ ਤੁਹਾਡਾ ਸਤਿਕਾਰ ਹੋਵੇ, ਤੁਹਾਨੂੰ ਸਮਾਜ ਦੇ ਵਿੱਚ ਇੱਜ਼ਤ ਮਿਲੇ। ਇਸ ਤਰ੍ਹਾਂ ਤੁਸੀਂ ਕਿੰਨੇ ਕੁ ਦਿਨ ਆਪਣੀ ਜ਼ਿੰਦਗੀ ਦੇ ਦਿਨ ਗੁਲਾਮ ਬਣ ਕੇ ਕੱਟੋਗੀਆਂ। ਤੇ ਅੱਜ ਤੁਸੀਂ ਵੇਖੋ, ਭਾਵੇਂ ਫਿਲਮ ਇੰਡਸਟਰੀ ਹੋਵੇ, ਕੁਝ ਲਾਲਚ ਬੰਦਿਆਂ ਨੇ ਔਰਤ ਨੂੰ ਉਸ ਰੂਪ ਦੇ ਵਿੱਚ ਭੋਗ ਵਿਲਾਸ ਦੀ ਵਸਤੂ ਬਣਾ ਕੇ ਸਮਾਜ ਦੇ ਸਾਹਮਣੇ ਪਰੋਸਿਆ ਹੈ, ਤੇ ਔਰਤਾਂ ਨੇ ਵੀ ਇਸੇ ਤਰ੍ਹਾਂ ਕੀਤਾ ਹੈ। ਤੇ ਉਹਦੇ ਵਿੱਚ ਕਿਧਰੇ ਹੱਦ ਤੱਕ ਸਮਾਜ ਵੀ ਦੋਸ਼ੀ ਹੈ, ਕਿਸੇ ਹੱਦ ਤੱਕ ਔਰਤ ਆਪ ਵੀ ਦੋਸ਼ੀ ਹੈ। ਤੇ ਇੱਥੋਂ ਤੱਕ ਗੁਰੂ ਸਾਹਿਬ ਦੀਆਂ ਇਹ ਸਾਖੀਆਂ ਅਸੀਂ ਗੁਰਦੁਆਰਿਆਂ ਦੇ ਵਿੱਚ ਤੇ ਬੜੀਆਂ ਸੁਣੀਆਂ ਨੇ। ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਔਸਤਨ ਤੌਰ ਤੇ 10-10 ਲੱਖ ਰੁਪਇਆ ਮਹੀਨਾ, ਜਦੋਂ ਕਿਧਰੇ ਵਿਆਹ ਹੁੰਦੇ ਨੇ ਨਾ ਘਰਾਂ ਦੇ ਵਿੱਚ, ਕੋਈ ਵਿਆਹ ਐਸਾ ਨਹੀਂ ਹੁੰਦਾ ਜਿੱਥੇ ਅਸੀਂ ਕਿਸੇ ਦੀਆਂ ਧੀਆਂ ਭੈਣਾਂ ਨੂੰ ਨਚਾ ਟਪਾ ਕੇ, ਜਾਂ ਅਸੀਂ ਇਹੋ ਜਿਹੇ ਪ੍ਰੋਗਰਾਮ ਜਿਹਨੂੰ ਆਰਕੈਸਟਰਾ ਬੁਲਾ ਕੇ ਡਾਂਸ ਆਦਿ ਕਰਾ ਕੇ, ਜਿੱਥੇ 70-70 ਸਾਲ ਦੇ ਬਜ਼ੁਰਗ ਵੀ ਆਪਣੀਆਂ ਧੀਆਂ ਦੇ ਉਮਰ ਦੀਆਂ ਲੜਕੀਆਂ, ਹਾਲਾਂਕਿ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਅਸੀਂ ਕਈ ਵਾਰੀ ਸੁਣੀਆਂ ਹੋਣਗੀਆਂ, ਪਰ ਉਦੋਂ ਕਿੰਨੇ ਬੰਦਿਆਂ ਦੇ ਵਿੱਚ ਹਿੰਮਤ ਪੈਂਦੀ ਹੈ ਵੀ ਉਹਨਾਂ ਨੂੰ ਵੀ ਆਪਣੀਆਂ ਬੱਚੀਆਂ ਸਮਝ ਕੇ ਗੁਰੂ ਨਾਨਕ ਸਾਹਿਬ ਦੀ ਤਰ੍ਹਾਂ ਉਹਨਾਂ ਦਾ ਕਿਧਰੇ ਦੁੱਖ ਸੁੱਖ ਪੁੱਛਿਆ ਜਾਏ। ਮੈਨੂੰ ਪੰਜਾਬ ਦੇ ਵਿੱਚ ਪਿਛਲੇ ਸਾਲ ਇੱਕ ਵਿਆਹ ਅਟੈਂਡ ਕਰਨ ਦਾ ਮੌਕਾ ਮਿਲਿਆ। ਉੱਥੇ ਇਸ ਤਰ੍ਹਾਂ ਦਾ ਵੈਸੇ ਤੇ ਸਾਨੂੰ ਇੱਥੋਂ ਦੂਰ ਰਹਿਣਾ ਚਾਹੀਦਾ, ਪਰ ਬਾਅਦ ਦੇ ਵਿੱਚ ਜਾ ਕੇ ਮੈਂ ਉਹਨਾਂ ਬੱਚੀਆਂ ਨੂੰ ਪੁੱਛਿਆ ਵੀ ਤੁਹਾਡੀ ਕੀ ਮਜਬੂਰੀ ਹੈ ਕਿ ਅਸਲ ਦੇ ਵਿੱਚ ਤੁਸੀਂ ਇੱਥੇ, ਤੁਹਾਡੇ ਚਿਹਰਿਆਂ ਤੋਂ ਵੀ ਲੱਗ ਰਿਹਾ ਸੀ ਵੀ ਤੁਹਾਨੂੰ ਇਹੋ ਜਿਹਾ ਕੁਝ ਕਰਦਿਆਂ ਸ਼ਰਮ ਵੀ ਆ ਰਹੀ, ਪਰ ਲੱਗਦਾ ਹੋ ਸਕਦਾ ਤੁਹਾਡੀ ਮਜਬੂਰੀ ਵੀ ਹੋਵੇ। ਤੇ ਉਹਨਾਂ ਦੇ ਵਿੱਚੋਂ ਇੱਕ ਬੱਚੀ, ਤੁਸੀਂ ਹੈਰਾਨ ਹੋਵੋਗੇ, ਉਹ ਕਹਿੰਦੀ ਮੇਰਾ ਜਿਹੜੇ ਘਰ ਦੇ ਵਿੱਚ ਪਿਤਾ ਜੀ ਉਹ ਸ਼ਰਾਬੀ ਨੇ, ਉਹਨੇ ਘਰ ਦੇ ਵਿੱਚ ਜਿਹੜਾ ਕੋਈ ਜ਼ਿੰਮੇਵਾਰੀ ਅਦਾ ਨਹੀਂ ਕੀਤੀ, ਜਿਸ ਕਰਕੇ ਇੱਥੇ ਮੈਨੂੰ ਨੱਚ ਟੱਪ ਕੇ, ਮੇਰੇ ਕੋਲ ਹੋਰ ਕੋਈ ਕੰਮ ਨਹੀਂ ਸੀ, ਤੇ ਜਿਹੜਾ ਮੈਨੂੰ ਕੁਝ ਪੈਸੇ ਮਿਲਦੇ ਨੇ ਮੈਂ ਆਪਣੇ ਭੈਣਾਂ ਭਰਾਵਾਂ ਨੂੰ ਜਿਹੜਾ ਪੜ੍ਹਾ ਰਹੀ ਹਾਂ। ਕਹਿਣ ਦਾ ਮਤਲਬ ਇਹੋ ਜਿਹੀਆਂ ਇੱਕ ਦੋ ਨਹੀਂ, ਬੜੀਆਂ ਘਟਨਾਵਾਂ ਨੇ। ਜਦੋਂ ਸਾਡੇ ਸਾਹਮਣੇ ਅੱਜ ਅਸੀਂ ਗੁਰਦੁਆਰੇ ਬਣਾਉਣ ਤੇ ਸਰੋਵਰ ਉਸਾਰਨ ਤੇ ਹੋਰ ਬੜਾ ਜਿਹੜਾ ਇਹ ਗੱਲ ਕਰਨੇ ਆ, ਤੇ ਉਂਝ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਵੀ ਅਸੀਂ ਸਾਰੇ ਹੀ ਸਮਝਨੇ ਆ,
पर असी गुरु नानक साहब तरह हिम्मत नहीं कर सके भी ਜਿਹੜੀਆਂ ਬੱਚੀਆਂ उस फील्ड ਦੇ ਵਿੱਚ ਜਾ ਕੇ अपना जीवन शरीरक मानसिक ਤੇ ਹੋਰ ਸਮਾਜਿਕ ਉਹਨਾਂ ਦਾ ਸਾਰਾ ਪੱਖੋਂ ਸ਼ੋਸ਼ਣ ਹੋ ਰਿਹਾ ਹੈ, ਉਹਨਾਂ ਨੂੰ ਉਹੀ ਰਿਸਪੈਕਟ ਵਾਲੀ ਜ਼ਿੰਦਗੀ ਦਿਵਾ ਸਕੀਏ ਜਿਹੜੀ ਰਿਸਪੈਕਟ ਵਾਲੀ ਜ਼ਿੰਦਗੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ। नहीं तो उन्होंने सामने भी नचन वालियां तवाइफ के रूप दे विच ही आईयां सन ते गुरु साहब जी ने उन्होंने अपनियां बेटियां बना लिया सी ते कहा सी भी बेटा तुहाडी जिंदगी का मकसद कुछ होर है। अज असी गुरु साहब दियां साखियां तो इतिहास तो ये प्रेरणा लैके धन गुरु नानक साहब जी ने यह भी जिहड़ा विशेष तौर पर समाज की भलाई दे लई बड़ा वड्डी वो साखी अज भी, क्योंकि अज टूथपेस्ट तो लैके साबण तक वेचना होवे इंडस्ट्रियां वपारिक लोग भी औरत का सहारा लेंदे ने, फिल्मी दुनिया के अंदर भी, गीत संगीत की दुनिया के अंदर भी। तो ये साखी सारियां नूं सेध दिंदी है कि असी किवें औरत दे विच्चों वो चंगी डॉक्टर बन के, चंगी साइंटिस्ट बन के, चंगी फिलोसफर बन के औरत की विधवता का उहदा जिहड़ा अकल का पक्ष भी दुनिया के अंदर उजागर होना चाहिए है। तो इस ढंग नाल भी वो अपनी जिंदगी अणगैरत इज्जत दे नाल समाज दे अंदर जी सकती है। तो धन गुरु नानक साहब सच्चे पातशाह तो बाद वेखो एक होर घटना, जिदन धन गुरु अंगद साहब जी नूं गुरता गद्दी दिती। मैं 10 गुरु साहबान दे समय वख-वख टॉपिकां ते जिहड़ा गुरु साहब जी ने औरत दे लई काम कीता है। एजुकेशन की तुहाडे सामने गल कीती गई है, फिर औरत नूं धार्मिक तौर ते बराबर दा अधिकार देण दी, ਜਿਹੜੀਆਂ औरतां बच्चे नहीं पैदा कर सकदियां उन्हां दा समाज दे विच किवें सत्कार होवे, फिर औरत नूं भोग विलास की वस्तु की बजाय उन्हां दा किवें रिस्पैक्टेबल जिहड़ा समाज दे अंदर रुतबा बरकरार रहे। इसे तरह गुरु अंगद साहब दे समय की घटना है, जदों धन गुरु अंगद साहब जी नूं गुरता गद्दी दिती, माता खीवी जी का नाम गुरु ग्रंथ साहब जी दे विच दर्ज है। नो डाउट भी माता खीवी जी महान सत्कारयोग शख्सियत ने, साडे सत्कारयोग माता ने। पर मैं एक गल तुहाडे सामने, क्योंकि दूसरे वख-वख मजहबां दे विच एक गल ये भी कही जाती रही है कि औरत आर्थिक पक्षों मर्द ते डिपेंड है। इस्लाम दे विच खास करके धार्मिक कट्टर लोगों नूं कहा जाए, वो कहंदे ने मर्द दे जिहड़ा मर्द सारा दिन सवेर तो लैके शाम तक काम करके बाहरों कमाई करके लियांदा है, औरत घर बैठिया उहदी वरतों करती है। इस करके मर्द का पूरा औरत दे उत्ते अधिकार है। हालांकि औरत सवेर तो लैके शाम तक जिन्ने घर दे बच्चे पैदा करने, सारे बंदे दे घर की साਂਭ संभाल करनी, होर जिहड़ा बंदे लई सारे काम करने, उन्हां लई कदे औरत नूं एप्रीशिएट नहीं किया गया सी दुनिया दे अंदर। तुसीं वेखो माता खीवी जी ने ना तां कोई बुक लिखी आ, ना गुरु ग्रंथ साहब दे विच बाणी उन्हां दी दर्ज है, ना कोई होर। औरत दे उस रूप नूं भी सत्कार दिता। घर दे विच लंगरां दे विच सेवा कीती ना, ते औरतां सारियां लंगर दे विच सेवा करदियां। ते गुरु साहब जी ने उस काम दे लई भी, मान लो घरेलू एक औरत है, वो बाहर नौकरी नहीं करती। अज ते भावें जिहड़ियां नौकरी करदियां इन्हां देशां दे विच औरतां नूं इत्थों दे पोलीटिकल वातावरण के मुताबक आज़ादी मिली है, नहीं तो मैनूं माफ़ करना, असी धार्मिक तौर ते समाजिक तौर ते औरत नूं बराबर दा दर्जा आप नहीं दिता। जिवें जिवें विकास होया, कानून बने, तो लोकां नूं मजबूरी दे नाल औरत नूं बराबर दा दर्जा देना भी कई थावां ते देना भी पिया है। तो विरले परिवार ने जिहड़े पढ़ लिख के वाकई औरत नूं बराबर दा दर्जा दिंदे होण, ते गुरु साहब जी ने उस रूप दे विच भी औरत की रिस्पैक्ट की। माता खीवी नेक जन जिन गोए उठाली, लंगर दौलत वंडिया, रस अमृत खीर की आली। ये गुरु साहब जी ने ये बाणी दे अंदर सदा लई, वेखो माता खीवी जी दे बारे भी लंगरां दे विच उन्होंने सेवा की, जिहड़े औरत दे खेतर दे काम उस समय दे सन ओही कीते। पर उन्हां कामां दे करदिआं होइआं भी औरत नूं बिल्कुल सत्कारयोग रुतबा देना, ये धन गुरु नानक साहब जी दे महाराज जी दे दर तो मिलिआ भी इस रूप दे विच भी औरत की रिस्पैक्ट होनी चाहिए है। फिर गुरु साहब जी ने धन गुरु अमरदास जी दे समय हिंदुस्तान दे विच पर्दा प्रथा सी, ते गुरु साहब जी ने हरिपुर दीआं राणियां आईयां, घुंड उन्होंने कढ़िया होया सी,
औरत नूं घर तो बाहर निकलण दी इजाजत नहीं सी। कई घरां दे विच अज भी इस गल नूं फख्र समझिया जांदा भी साडे औरत घर दी औरत ना बाहर किधरे पढ़न वास्ते गई ना घर। कई लोग इस तरह भी फख्र करते रहे ने। पर गुरु अमरदास सच्चे पातशाह ने उस समय हरिपुर दीआं राणियां नूं इह गल कही सी, बेटा वेखो तुहानूं अकाल पुरख वाहिगुरू ने मनुखा जीवन दिता है। मनुखा जीवन बिल्कुल गुलाम बन लई नहीं है। इनू बाहर निकल के अपनी लियाकत अपनी समाज के प्रति योगदान पाने दे लई है। तुसी अज संगत दे विच आए हो, ये जिन्ने वड्डी उम्र दे बैठे ने ये सारे तुहाडे पिता दे समान ने, जिहड़े बराबर ने वो सारे तुहाडे भरावां दे समान ने ते छोटे तुहाडे बच्चियां दे समान ने। इस करके गुरु नानक साहब की बच्ची अज तो बाद घुंड नहीं कढ़ेगी, पर्दे इस तरह नहीं रहेगी घुंड कढ़ के, ते उन्होंने संगत दे विच बराबर का दर्जा ते घरां दे विच बिल्कुल बराबर का दर्जा ये धन गुरु अमरदास सच्चे पातशाह जी ने दिता। ਇਹਦੀ भी अज वर्ल्ड लैवल के उत्ते जे किधरे बुरके पाने की गल चलती होवे ते अज लोग को कहते हैं, खैर मैं उधर ज़्यादा एक्सप्लेन नहीं करना। गुरु साहब जी ने फिर उस समय हिंदुस्तान दे विच सती प्रथा की रस्म सी, जिहड़ी आम करके औरत दा पति चढ़ाई कर जाए उन्हों जिउंदियां ਉਹਦੇ नाल सड़न दे लई मजबूर कर दिता जाता सी। ਇਹਦੇ कुछ राजनैतिक कारण सी, कुछ हंकार भी सी राजपूत राजिਆਂ ਨੂੰ भी साडे तो बाद साडी औरत जिहड़ी होर विआह ना कराए जां होर कुछ इस तरह का कुछ मसला सी, ते कुछ ਇਹਦਾ धार्मिक भी पिछोकड़ सी क्योंकि हर पक्षों शोषण किया जाता सी समाज का। ते धार्मिक पक्षों उस समय के पुजारियों ने भी ये गल कही सी भी जे पति चढ़ाई कर जाए ਉਹਦੇ पति दे मरण तो बाद जे औरत जिउंदियां ਉਹਦੇ ਨਾਲ सड़ के सती हो जाती है तो सीधी स्वर्गां नूं पहुंचती है। ते उस समय गुरु अमरदास सच्चे पातशाह ने बाणी दे विच भी लिखिया, हिंदुस्तान दे बादशाह अकबर नूं कह के सती प्रथा दे खिलाफ कानून धन गुरु अमरदास जी ने बना दिता सी। ते नाले बाणी दे विच लिखिया सी, सतियां ए ना आखियन जे मड़िया लग जलन पीसो सतियां जानियन जे गुरु साहब जी शील संतोख रहन। इत्थे बाणी दे अंदर गुरु साहब जी ने मैंटली तौर पर भी औरतों को प्रिपेयर किया, अंध विश्वास तो अज्ञानता चो कढ़िया, ते पोलीटिकल तौर पर भी उस समय हिंदुस्तान के बादशाह अकबर नूं कह के सती प्रथा के खिलाफ कानून बना दिता सी। ये वक्री गल असीं अपना इतिहास बहुता ना पढ़ सकन करके अज सानूं इत्थे हिंदुस्तान च पढ़ाया जाता रहा है कि सती प्रथा के खिलाफ कानून राजा राम मोहन राय ਜਾਂ लॉर्ड विलियम बेंटिंग उन्होंने भी काम किया है। पर असल विच गुरु अमरदास सच्चे पिता ने जिहड़ा सती प्रथा के खिलाफ जिहड़ा कानून बना दिता सी। इस तरह धन गुरु अमरदास जी के समय तक औरत के नाल जुड़ियां हुई होर रस्मां सन, जिवें आम करके वर्त आदਿਕ रस्म सी। करवा चौथ का वर्त जिवें देवी देवतियां नूं खुश करन दे लई बंदा जिहड़ा वर्त रखदा सी हिंदुस्तान दे विच, इस तरह पति नूं भी परमेश्वर मन्निया जाता सी। ते इह कहा जाता सी औरत के अंदर इनफिनिटी कंपलैक्स पैदा करन दे लई भी ताकि इहदे लई जिहड़ा पति है परमेश्वर का ही दर्जा रखे ते आप भावें जिहड़ा पति है उहनूं पैर दी जुत्ती जो कुछ मर्जी समझे ते उहदे लई कोई जिहड़ी हिदायत इस किस्म की नहीं सी। ते पत्नी नूं भुखा रख के यह एहसास करवाया जाना कि औरत तो नीवीं है। तो ये कई कहानियां भी जड़ दित्तियां गई धार्मिक तौर पर भी ये पति की उम्र वध जाती है तो ये पति अरोग हो जाता है। तो अज विद्वान कहते हैं जे मान लो पति अरोग हो जाता है तो दुनिया तो फिर होर हॉस्पिटल खोलने की लोड़ नहीं सी हिंदुस्तान च। उत्थे तो हर साल जिहड़ियां औरतां वर्त रखदियां तो फिर तो कोई पति बीमार नहीं सी होना चाहिए। जे उम्र वधदी है साडे कोल कोई भी ना तो फोन ते मैसेज आउंदा है ना कोई साडे कोल होर इहो जिहा पैमाना है भी एक पत्नी ने साल च करवा चौथ का वर्त रखा होवे, बाद च उन्होंने मैसेज आ गया होवे भी पहला उम्र इन्नी सी हुण 1-2 साल होर वधा दित्ती गई है। फिर जिहड़ा इत्थों तक भी मर्द दे लई कोई भी इहो जिहा त्यौहार नहीं सी कि वेखो तेरी भी घर वाली विचारी ओदी भी उम्र लम्मी हो जाए तू भी साल च एक बारी भुखा रहा कर, पर केवल औरत दे लई सी ये जड़ियां गल्लां। करवा चौथ आदिक दा जिहड़ा वर्त सी
ਤੇ ਫਿਰ ਇੱਥੋਂ ਤੱਕ ਵੀ ਹੋਰ ਜਿਹੜੇ ਤਿਉਹਾਰ ਵੀ ਜਿਵੇਂ ਰਕਸ਼ਾ ਬੰਧਨ ਅੱਜ ਰਹਿਤ ਮਰਿਆਦਾ ਦੇ ਵਿੱਚ ਵੀ ਕਿਹਾ ਜਾਂਦਾ ਸਿੱਖਾਂ ਨੂੰ ਵੀ ਖਾਸ ਕਰਕੇ ਇਹਨਾਂ ਤਿਉਹਾਰਾਂ ਤੋਂ ਦੂਰ ਰਹਿਣਾ ਹੈ। ਉਹਦਾ ਕਾਰਨ ਅਸੀਂ ਕੇਵਲ ਕੱਟੜਵਾਦ ਦੇ ਵਿੱਚ ਇਹ ਸੋਚ ਜਿਹੜੀ ਨਹੀਂ ਪ੍ਰਚਾਰੀ ਜਾਂਦੀ, ਅਸਲ ਵਿੱਚ ਕਾਰਨ ਔਰਤ ਦੇ ਅੰਦਰ ਅਹਿਸਾਸ ਪੈਦਾ ਕਰਨ ਲਈ ਵੀ ਇਹ ਅਬਲਾ ਹੈ, ਇਹ ਆਪਣੀ ਰੱਖਿਆ ਆਪ ਨਹੀਂ ਕਰ ਸਕਦੀ, ਇਹਨੂੰ ਮਰਦ ਦੇ ਉੱਤੇ ਡਿਪੈਂਡ ਰਹਿਣਾ ਪੈਂਦਾ ਹੈ। ਤੇ ਭਾਵੇਂ ਘਰ ਦੇ ਵਿੱਚ ਪਹਿਲਾਂ ਤੁਸੀਂ ਪਿੱਛੇ ਜਾ ਕੇ ਵੇਖੋ, ਘਰ ਦੇ ਵਿੱਚ 11-11 ਬੱਚੇ ਵੀ ਹੁੰਦੇ ਸੀ, ਭਰਾ ਭਾਵੇਂ 1-2 ਸਾਲ ਦਾ ਹੀ ਹੋਵੇ ਤੇ ਭੈਣ ਉਹਨੂੰ ਗੋਦ ਦੇ ਵਿੱਚ ਲੈ ਕੇ ਖਿਡਾਉਂਦੀ ਹੋਵੇ ਤਾਂ ਵੀ ਉਹ ਭੈਣ ਨੂੰ ਕਿਹਾ ਜਾਂਦਾ ਸੀ ਵੀ ਆਪਣੇ ਵੀਰ ਦੇ ਰੱਖੜੀ ਬੰਨ। ਉਹ ਆਪ ਨਹਾ ਧੋ ਨਹੀਂ ਸਕਦਾ, ਬਾਥਰੂਮ ਨਹੀਂ ਜਾ ਸਕਦਾ, ਸਾਰਾ ਕੁਝ ਭੈਣ ਉਹਦਾ ਕਰ ਰਹੀ ਹੈ, ਫਿਰ ਵੀ ਉਹਦੇ ਕੋਲੋਂ ਪ੍ਰੋਮਿਸ ਲਏਗੀ ਵੀ ਤੂੰ ਮੇਰੀ ਰੱਖਿਆ ਕਰੇਗਾ। ਤੇ ਇਹ ਬੌਧਿਕ ਤੌਰ ਤੇ ਵੀ ਇਹ ਤਿਉਹਾਰ ਸਾਡਾ ਬਿਲਕੁਲ ਦਿਵਾਲਾ ਕੱਢਦੇ ਸਨ, ਸਾਨੂੰ ਅਗਿਆਨੀ ਸਾਬਤ ਕਰਦੇ ਸਨ। ਅੱਜ ਵੀ ਤੁਸੀਂ ਵੇਖੋ, ਭਰਾ ਭਾਵੇਂ ਵਿਦੇਸ਼ ਦੇ ਵਿੱਚ, ਫਿਰ ਇਹਨੂੰ ਕਿਹਾ ਜਾਂਦਾ ਜੀ ਭੈਣ ਭਰਾ ਦੇ ਪਿਆਰ ਦਾ ਸੂਚਕ ਹੈ, ਪਰ ਜਿਹਨੂੰ ਅਸੀਂ ਪਿਆਰ ਦਾ ਸੂਚਕ ਕਹਿੰਦੇ ਆ ਨਾ, ਹਰ ਸਾਲ ਇੱਕ ਤੇ ਪਿਆਰ ਜਿਹੜਾ ਇਹ ਰਿਨਿਊ ਕਰਵਾਉਣਾ ਪੈਂਦਾ, ਧਾਗਾ ਬੰਨ ਕੇ ਉਹਨੂੰ ਵਿਚਾਰੀ ਨੂੰ ਪ੍ਰੋਮਿਸ ਕਰਵਾਉਣਾ ਪੈਂਦਾ ਵੀ ਇਹ ਮੇਰੀ ਰੱਖਿਆ ਕਰੇਗਾ। ਅੱਜ ਹਿੰਦੁਸਤਾਨ ਦੇ ਅੰਦਰ ਔਰਤ ਨੂੰ, ਖਾਸ ਕਰਕੇ ਭੈਣ ਨੂੰ, ਬਰਾਬਰ ਪ੍ਰਾਪਰਟੀ ਦੀ ਮਾਲਕ ਸਮਝਿਆ ਜਾਂਦਾ ਹੈ। ਤੇ ਕਈ ਵਾਰੀ ਇਹ ਰਕਸ਼ਾ ਬੰਧਨ ਦੇ ਨਾਂ ਤੇ ਕਈ ਲੋਕ ਦਲੀਲ ਦਿੰਦੇ ਨੇ, ਵੇਖੋ ਜੀ ਇਹਦੇ ਨਾਲ ਇਸੇ ਬਹਾਨੇ ਭੈਣ ਦੀ ਕੋਈ ਸੇਵਾ ਹੋ ਜਾਂਦੀ, ਅਸੀਂ ਆਪਣੇ ਪੱਲਿਓਂ ਕੁਝ ਪੈਸੇ ਦੇ ਦਈਦੇ ਨੇ। ਤੇ ਜੇ ਕਿਧਰੇ ਉਹੀ ਭੈਣ ਜਿਹੜੀ ਰੱਖੜੀ ਬੰਨਣ ਵਾਲੀ ਹੈ ਨਾ, ਬਰਾਬਰ ਜ਼ਮੀਨ ਦਾ ਜਾਇਦਾਦ ਵੰਡਾਣਾ ਚਾਹੇ ਤੇ ਭਰਾ ਕਤਲ ਕਰਨ ਤੱਕ ਜਾਂਦੇ ਨੇ। ਇੱਥੋਂ ਤੱਕ ਵੀ ਜਿਹੜੇ ਲੋਕ ਵੇਖੇ ਗਏ ਨੇ ਵੀ ਤੇਰਾ ਇੱਕ ਵਾਰੀ ਵਿਆਹ ਕਰ ਦਿੱਤਾ ਗਿਆ, ਹੁਣ ਤੇਰਾ ਜਿਹੜਾ ਕੋਈ ਹੱਕ ਨਹੀਂ ਜ਼ਮੀਨ ਜਾਇਦਾਦ ਤੇ ਅੱਜ ਪ੍ਰੈਕਟੀਕਲ ਤੌਰ ਤੇ ਤੁਸੀਂ ਵੇਖੋ, ਜਿੱਥੇ ਭਾਵੇਂ ਅਸੀਂ ਪੜ੍ਹ ਲਿਖ ਵੀ ਗਏ ਹਾਂ, ਇਹਨਾਂ ਦੇਸ਼ਾਂ ਦੇ ਵਿੱਚ ਵੀ ਰਹਿ ਰਹੇ ਹਾਂ, ਤਾਂ ਵੀ ਬੜੀਆਂ ਘੱਟ ਔਰਤਾਂ ਜਿਹੜੀਆਂ ਇਹ ਵਾਕਿਆ ਹੀ ਆਪਣੇ ਭਰਾਵਾਂ ਦੀ ਜਾਇਦਾਦ ਦੇ ਵਿੱਚ ਉਹ ਬਰਾਬਰ ਦਾ ਹਿੱਸਾ ਵੰਡਾਉਂਦੀਆਂ ਹੋਣ। ਨਹੀਂ ਤੇ ਪੰਜਾਬ ਦੀਆਂ ਲੜਕੀਆਂ ਜਿਹੜੀਆਂ ਉਸ ਪੱਖੋਂ ਨਹੀਂ ਵੰਡਾਉਂਦੀਆਂ। ਤੇ ਕਹਿਣ ਦਾ ਮਤਲਬ, ਜਿਹਨੂੰ ਅਸੀਂ ਭੈਣ ਭਰਾ ਦਾ ਪਿਆਰ ਦਾ ਪ੍ਰਤੀਕ ਸਮਝ ਰਹੇ ਹਾਂ ਨਾ, ਉਹ ਵੀ ਅਸਲ ਦੇ ਵਿੱਚ ਕੇਵਲ ਪ੍ਰਤੀਕ ਹੀ ਹੈ, ਅਸਲੀ ਪਿਆਰ ਉਹਦੇ ਚੋਂ ਜਿਹੜਾ ਪ੍ਰਗਟ ਜਿਹੜਾ ਨਹੀਂ ਹੋ ਰਿਹਾ। ਫਿਰ ਇੱਥੋਂ ਤੱਕ ਵੀ ਬੌਧਿਕ ਤੌਰ ਤੇ ਵੀ ਇਹ ਜਿਹੜੇ ਤਿਉਹਾਰ ਸੀ ਸਾਡਾ ਦਿਵਾਲਾ ਕੱਢਦੇ ਸਨ। ਮੰਨ ਲਓ ਇੱਕ ਭਰਾ ਜਰਮਨ ਬੈਠਾ ਹੈ ਜਾਂ ਅਮਰੀਕਾ ਕੈਨੇਡਾ ਦੇ ਅੰਦਰ ਹੈ ਤੇ ਭੈਣ ਇੰਡੀਆ ਦੇ ਵਿੱਚ, ਉੱਥੋਂ ਰੱਖੜੀ ਜਿਹੜੀ ਭੇਜੀ ਜਾ ਰਹੀ ਹੈ ਵੀ ਇਹ ਉੱਥੇ ਆ ਕੇ। ਤੇ ਕਿਸੇ ਬੰਦੇ ਨੇ ਇਹ ਸਵਾਲ ਵੀ, ਕਿਉਂਕਿ ਜਦੋਂ ਰਕਸ਼ਾ ਬੰਧਨ ਹੁੰਦਾ ਨਾ, ਵੱਖ-ਵੱਖ ਲੋਕਾਂ ਦੇ ਵਿਚਾਰ ਵੀ ਆਉਂਦੇ ਨੇ, ਤੇ ਉਹਨੇ ਕਿਹਾ ਸੀ ਵੀ ਜੇ ਮੰਨ ਲਿਆ ਜਾਏ ਵੀ ਭੈਣ ਜਿਹੜੀ ਉਹਦੀ ਭਰਾ ਨੇ ਰੱਖਿਆ ਕਰਨੀ ਹੈ ਜਾਂ ਧਾਗਾ ਤਾਂ ਬੰਨਿਆ ਵੀ ਉਹ ਸ਼ਖਸ ਰੱਖਿਆ ਕਰਦਾ ਹੈ, ਫਿਰ ਤੇ ਆਫਟਰ ਮੈਰਿਜ ਇੱਕ ਪਹਿਲੀ ਗੱਲ ਤੇ ਇਹ ਹੋ ਜਾਂਦੀ ਵੀ ਜਿਸ ਪਤੀ ਦੇ ਨਾਲ 4 ਲਾਵਾਂ ਲਈਆਂ ਨੇ ਲੜਕੀ ਨੇ, ਉਹਨੂੰ ਵਿਆਹ ਤੋਂ ਬਾਅਦ ਵੀ ਆਪਣੇ ਭਰਾ ਨੂੰ ਰਕਸ਼ਾ ਬੰਧਨ ਲਈ ਧਾਗਾ ਭੇਜਣਾ ਪੈ ਰਿਹਾ ਵੀ ਉਹਦੇ ਘਰ ਵਾਲਾ ਇੰਨਾ ਨਕਮਾ ਇਨਸਾਨ ਹੈ ਵੀ ਜਿਹਨੇ 4 ਲਾਵਾਂ ਲਈਆਂ ਨੇ ਉਹਦੀ ਰੱਖਿਆ ਵੀ ਨਹੀਂ ਕਰ ਸਕਦਾ। ਪਹਿਲਾ ਇਹਦਾ ਅਰਥ ਨਿਕਲਦਾ। ਦੂਸਰਾ, ਜੇ ਵਾਕਈ ਅਰਥ ਜੇ ਰਕਸ਼ਾ ਹੁੰਦੀ ਹੈ ਤੇ ਫਿਰ ਆਫਟਰ ਮੈਰਿਜ ਆਪਣੇ ਘਰ ਵਾਲੇ ਨੂੰ ਰੱਖੜੀ ਬੰਨਣੀ ਚਾਹੀਦੀ, ਕਿਉਂਕਿ ਜਿਹੜਾ ਨੇੜੇ ਹੋਏਗਾ ਰੱਖਿਆ ਤੇ ਉਹੀ ਕਰੇਗਾ। ਇਹੋ ਜਿਹੇ ਵਿਚਾਰ ਵੀ ਲੋਕ ਜਿਹੜੇ ਦਿੰਦੇ ਨੇ। ਕਹਿਣ ਤੋਂ ਮੁਰਾਦ ਅਸਲ ਵਿੱਚ ਔਰਤ ਦੇ ਅੰਦਰ ਇਨਫੀਰੀਅਰਿਟੀ ਕੰਪਲੈਕਸ ਪੈਦਾ ਕਰਨ ਲਈ, ਹੀਣ ਭਾਵਨਾ ਪੈਦਾ ਕਰਨ ਦੇ ਲਈ ਇਹੋ ਜਿਹੇ ਤਿਉਹਾਰ ਸਨ, ਜਿਹਨੂੰ ਗੁਰਮਤ ਨੇ ਰੱਦ ਕੀਤਾ ਤੇ ਵਿਦਵਾਨਾਂ ਨੇ ਵੀ ਰਹਿਤ ਮਰਿਆਦਾ ਦੇ ਵਿੱਚ ਲਿਖ ਦਿੱਤਾ ਵੀ ਅਸਲ ਵਿੱਚ ਗੁਰੂ ਸਾਹਿਬ ਨੇ ਬਰਾਬਰ ਸਾਨੂੰ ਕਿਰਪਾਨ ਪਹਿਨਾਈ ਹੈ, ਜਿਹਦਾ ਮਤਲਬ ਹਰ ਔਰਤ ਨੂੰ ਅਹਿਸਾਸ ਕਰਵਾਇਆ ਗਿਆ ਹੈ ਕਿ ਤੂੰ ਅਬਲਾ ਨਹੀਂ ਹੈ, ਤੂੰ ਆਪਣੀ ਰੱਖਿਆ ਆਪ ਕਰ ਸਕਣੀ ਹੈ। ਇਸ ਕਰਕੇ ਬਿਲਕੁਲ ਬਰਾਬਰ ਦਾ ਦਰਜਾ ਜਿੱਦਣ ਖੰਡੇ ਬਾਟੇ ਦੀ ਪਹੁਲ ਗੁਰੂ ਸਾਹਿਬ ਜੀ ਨੇ ਸਾਨੂੰ ਦਿੱਤੀ ਹੈ ਤੇ ਉਹਦੇ ਲਈ ਸਾਰੇ ਬਰਾਬਰ ਦੇ ਹੱਕਦਾਰ ਨੇ। ਇਹ ਗੁਰੂ ਸਾਹਿਬ ਜੀ ਨੇ ਜਿਹੜਾ ਇਸ ਟੌਪਿਕ ਦੇ ਉੱਤੇ ਕੰਮ ਕੀਤਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਸਮਾਂ ਆਇਆ, ਉਹਨਾਂ ਨੇ ਆਪਣੀ ਬਾਣੀ ਦੇ ਅੰਦਰ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ, ਕਿਉਂਕਿ ਦਾਜ ਦੀ ਰਸਮ ਵੀ ਵੈਸੇ ਡਾਕਟਰ ਨਰਿੰਦਰ ਸਿੰਘ ਕਪੂਰ ਨੇ ਵਿਆਹ ਦੇ ਬਾਰੇ ਇੱਕ ਘਟਨਾ ਉਹਨਾਂ ਨੇ ਜ਼ਿਕਰ ਕੀਤਾ ਵੀ ਪੁਰਾਣੇ ਜ਼ਮਾਨੇ ਦੇ ਵਿੱਚ, ਕਿਉਂਕਿ ਜਦੋਂ ਕੁਦਰਤ ਦੇ ਵਿੱਚ ਕਬੀਲਿਆਂ 'ਚ ਬੰਦੇ ਰਹਿੰਦੇ ਸੀ, ਵਿਆਹ ਨਹੀਂ ਸੀ ਹੁੰਦੇ, ਇੱਕ ਕਬੀਲਾ ਦੂਜੇ ਤੇ ਹਮਲਾ ਕਰਦਾ ਸੀ ਤੇ ਜਿਹੜਾ ਕਬੀਲਾ ਜਿੱਤ ਜਾਂਦਾ ਸੀ ਨਾ, ਉਹ ਹਾਰੇ ਹੋਏ ਕਬੀਲੇ ਦੀਆਂ ਧੀਆਂ ਭੈਣਾਂ ਨੂੰ ਵੀ ਲੈ ਕੇ ਆਉਂਦੇ ਸਨ, ਉਹਨਾਂ ਦੇ ਧਨ ਦੌਲਤ ਤੇ ਸੋਰਸਾਂ ਦੇ ਉੱਤੇ ਵੀ ਕਬਜ਼ਾ ਕਰਦੇ ਸਨ ਤੇ ਕਈ ਕਈ ਦਿਨ ਗੁਲਾਮ ਬਣਾ ਕੇ
ਜਿਹੜਾ ਹਾਰਿਆ ਹੋਇਆ ਕਬੀਲਾ ਹੁੰਦਾ ਸੀ ਉਹ ਜਿੱਤੇ ਹੋਏ ਦੀ ਸੇਵਾ ਵੀ ਕਰਦਾ ਸੀ। ਸਾਡਾ ਜੰਜ ਦਾ ਸਿਸਟਮ ਇਸੇ ਤਰ੍ਹਾਂ ਦਾ ਹੀ, ਮੈਨੂੰ ਮਾਫ ਕਰਨਾ, ਕੁੜੀ ਵਾਲਾ ਉਹ ਰੋਲ ਪਲੇ ਕਰ ਰਿਹਾ ਹੁੰਦਾ ਜਿਹੜਾ ਹਾਰਾ ਹੋਇਆ ਰਾਜਾ ਕਰਦਾ ਸੀ ਪੁਰਾਣੇ ਜ਼ਮਾਨੇ ਦੇ ਵਿੱਚ। ਤੇ ਅਸਲ ਵਿੱਚ ਭਾਵੇਂ ਜਿੰਨੀ ਮਰਜ਼ੀ ਲਿਆਕਤ ਵਾਲੀ ਲੜਕੀ ਹੋਵੇ ਤੇ ਤੁਸੀਂ ਵੇਖੋ ਮੁੰਡੇ ਵਾਲੀ ਬਰਾਤ ਲੈ ਕੇ ਜਾਂਦੇ ਨੇ ਤੇ ਉਹਨਾਂ ਦਾ ਰੋਬ ਵੀ ਉਸ ਸਮੇਂ ਮਸਕੀਨ ਜੀ ਅੱਜ ਕਹਿੰਦੇ ਹੁੰਦੇ ਨੇ, ਤੁਸੀਂ ਉਹਨਾਂ ਦੀਆਂ ਕੈਸਟਾਂ ਦੇ ਵਿੱਚ ਸੁਣੋ ਤੇ ਉਹ ਕਹਿੰਦੇ ਨੇ ਬਾਬਰ ਨੂੰ ਜਿਹੜਾ ਗੁਰੂ ਸਾਹਿਬ ਜੀ ਨੇ ਉਹਦੀ ਫੌਜ ਨੂੰ ਜੰਜ ਦੇ ਨਾਲ ਤੁਲਨਾ ਦਿੱਤੀ ਸੀ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗਿਆ ਦਾਨ ਵੇ ਲਾ ਲੋ। ਉਹ ਕਹਿੰਦੇ ਨੇ ਅਸਲ ਵਿੱਚ ਉਹਦੀ ਤੇ ਫੌਜ ਸੀ, ਆਰਮੀ ਸੀ, ਆਰਮੀ ਨੇ ਕੁਦਰਤੀ ਗੱਲ ਇਹ ਲੋਕਾਂ ਨੂੰ ਮਾਰਨਾ ਸੀ ਹਿੰਦੁਸਤਾਨ ਜਿੱਥੇ ਜਾਂਦੀ ਸੀ, ਤੇ ਉਹਨੂੰ ਜੰਜ ਕਿਉਂ ਕਿਹਾ? ਤੇ ਮਸਕੀਨ ਜੀ ਇਹ ਗੱਲ ਕਹਿੰਦੇ ਹੁੰਦੇ ਸਨ ਕਿ ਅਸਲ ਵਿੱਚ ਅੱਜ ਵੀ ਜਦੋਂ ਪੰਜਾਬ ਤੇ ਜੰਜ ਚੜ੍ਹਦੀ ਹੈ ਨਾ, ਤੇ ਜਿੰਨੇ ਜਾਂਜੀ ਲੋਕ ਹੁੰਦੇ ਨੇ ਉਹ ਇਸੇ ਬਿਰਤੀ ਹਮਲਾਵਰ ਬਿਰਤੀ ਨਾਲ ਜਾਂਦੇ ਨੇ। ਛੋਟੀ ਛੋਟੀ ਗੱਲ ਤੇ ਕਮੈਂਟ ਤੇ ਆਪਣੇ ਆਪ ਨੂੰ ਜਿਹੜਾ ਸੁਪੀਰੀਅਰ ਤੇ ਕੁੜੀ ਵਾਲਿਆਂ ਨੂੰ ਇਨਫੀਰੀਅਰ, ਤੇ ਲਗਾਤਾਰ ਇਸ ਤਰ੍ਹਾਂ ਜਿਵੇਂ ਲੁੱਟਣ ਵਾਸਤੇ ਹੀ ਜਾ ਰਹੇ ਹੋਣ, ਉਹ ਇਸੇ ਤਰ੍ਹਾਂ ਕਹਿੰਦੇ ਹੁੰਦੇ ਸਨ। ਤੇ ਸੱਚ ਉਸ ਸਮੇਂ ਤੇ ਅੱਜ ਵੀ ਤੁਸੀਂ ਵੇਖੋ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਬੱਚੀ ਪੈਦਾ ਹੁੰਦੀ ਉਹਦੇ ਤੇ ਐਜੂਕੇਸ਼ਨ ਤੇ ਇੰਨਾ ਪੈਸਾ ਨਹੀਂ ਖਰਚਿਆ ਜਾਂਦਾ ਜਿੰਨੀ ਮਾਂ ਪਿਓ ਨੂੰ ਦਾਜ ਦੀ ਟੈਨਸ਼ਨ ਹੁੰਦੀ ਹੈ। ਫਿਰ ਜਿਹੜਾ ਬੱਚਾ ਕਿਧਰੇ, ਕਿਉਂਕਿ ਅੱਜ ਇੱਕ ਇਹ ਵੀ ਦੌੜ ਹੈ ਵੀ ਜਿਹੜਾ ਵਿਦੇਸ਼ੀ ਜਿਹੜਾ ਲੜਕਾ ਹੋਣਾ ਚਾਹੀਦਾ, ਜਿਹੜਾ ਸਾਡਾ ਦਮਾਦ ਬਣਨਾ ਜਾਂ, ਤੇ ਉੱਥੇ ਕੀ ਹੁੰਦਾ 25-25 50-50 ਲੱਖ ਦੀ ਡਿਮਾਂਡ ਵੀ ਜਿਹੜੀ ਮੁੰਡੇ ਵਾਲੇ ਰੱਖਦੇ ਨੇ। ਤੇ ਮੈਨੂੰ ਮਾਫ ਕਰਨਾ ਮੈਂ ਇਹ ਗੱਲ ਕਰ ਰਿਹਾ ਕਿਉਂਕਿ ਸਾਡੇ ਸਾਰਿਆਂ ਨਾਲ ਇਹ ਵਾਪਰਨਾ, ਸਾਡੀ ਸਾਰਿਆਂ ਦੀ ਇਸ ਤਰ੍ਹਾਂ ਦੀ ਦੌੜ ਰਹੀ ਹੈ। ਤੇ 25-25 ਲੱਖ ਕੇ 10-12 ਜਿਹੜਾ ਕਲਾਸਾਂ ਪੜ੍ਹੇ ਨੌਜਵਾਨ ਦੇ ਨਾਲ ਬੱਚੀ ਦਾ ਰਿਸ਼ਤਾ ਜਿਹੜਾ ਕੀਤਾ ਜਾਂਦਾ ਹੈ, ਤੇ ਜੇ ਉਹ ਹੀ ਕਿਧਰੇ 20-25 ਲੱਖ ਰੁਪਇਆ ਲਾ ਕੇ ਲੜਕੀ ਨੂੰ ਚੰਗੀ ਡਾਕਟਰ ਚੰਗੀ ਇੰਜੀਨੀਅਰ ਬਣਾ ਦਿੱਤਾ ਜਾਏ, ਤੇ ਜਿੰਨਾ ਜਿਹੋ ਜਿਹਾ ਉਹਨੂੰ ਅਸੀਂ ਮੁੰਡਾ ਲੱਭ ਕੇ ਦਿੰਨੇ ਆ ਨਾ, ਉਹੋ ਜਿਹੇ 2-3 ਮੁੰਡਿਆਂ ਨੂੰ ਨੌਕਰ ਰੱਖ ਸਕਦੀ, ਮੈਨੂੰ ਮਾਫ ਕਰਨਾ, ਜੇ ਅਸੀਂ 40-50 ਲੱਖ ਰੁਪਇਆ ਲਾ ਕੇ ਉਹਨੂੰ ਕਿਧਰੇ ਉਹਦੇ ਅੰਦਰ ਲਿਆਕਤ ਪੈਦਾ ਕਰਦੀ ਵੀ ਚੰਗੀ ਡਾਕਟਰ ਇੰਜੀਨੀਅਰ ਜਿਹੜੀ ਬਣ ਸਕੇ। ਪਰ ਅਸਲ ਵਿੱਚ ਜਿਹੜਾ ਅਸੀਂ ਦਾਜ ਦੇ ਉੱਤੇ, ਜਿਹਨੂੰ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜਿਹੜਾ ਕਿਹਾ ਸੀ, ਹਰ ਪ੍ਰਭ ਹੋਰ ਮਨਮੁਖ ਦਾਜ ਜੇ ਰੱਖ ਦਿਖਾਲਾ ਸੋ ਕੂੜ ਅਹੰਕਾਰ ਕੱਚ ਪਾਜੋ, ਇਹ ਕੂੜੇ ਅਹੰਕਾਰ ਦਾ ਜਿਹੜਾ ਪ੍ਰਗਟਾਵਾ ਹੈ। ਤੇ ਗੁਰੂ ਸਾਹਿਬਾਨ ਨੇ ਜੀਵਨ ਦੇ ਹਰ ਫੀਲਡ ਦੇ ਵਿੱਚ ਔਰਤਾਂ ਦੇ ਹਰ ਪੱਖ, ਛੋਟੇ ਤੋਂ ਛੋਟਾ, ਭਾਵੇਂ ਉਹ ਐਜੂਕੇਸ਼ਨ ਦਾ ਪੱਖ ਹੋਵੇ, ਭਾਵੇਂ ਪੈਦਾਇਸ਼ ਦੀ ਗੱਲ ਹੋਵੇ, ਭਾਵੇਂ ਦਾਜ ਦੀ ਗੱਲ ਹੋਵੇ, ਐਜੂਕੇਸ਼ਨ ਦੀ ਗੱਲ ਹੋਵੇ, 10 ਜਾਮਿਆਂ ਰਾਹੀਂ ਕੋਈ ਔਰਤ ਦਾ ਇਹੋ ਜਿਹਾ ਪੱਖ ਗੁਰੂ ਸਾਹਿਬ ਨੇ ਨਹੀਂ ਛੱਡਿਆ ਜਿਹੜਾ ਅੱਜ ਪੜ੍ਹਿਆ ਲਿਖਿਆ ਬੰਦਾ ਕਹੇ ਵੇਖੋ ਜੀ ਇਸ ਔਰਤ ਦੇ ਪੱਖ ਤੇ ਗੱਲ ਨਹੀਂ ਗੁਰੂ ਸਾਹਿਬ ਜੀ ਨੇ ਕੀਤੀ। ਸਾਰੇ ਪੱਖਾਂ ਨੂੰ ਗੁਰੂ ਸਾਹਿਬ ਜੀ ਨੇ ਲੈ ਕੇ ਤੇ ਔਰਤ ਨੂੰ ਬਿਲਕੁਲ ਮਰਦ ਦੇ ਬਰਾਬਰ ਦਾ ਦਰਜਾ, ਧਾਰਮਿਕ ਤੌਰ ਤੇ 5 ਪਿਆਰਿਆਂ 'ਚ ਸ਼ਾਮਲ ਹੋ ਸਕਦੀ, ਰਹਿਤ ਮਰਿਆਦਾ ਦੇ ਵਿੱਚ ਲਿਖਿਆ। ਇੱਥੋਂ ਤੱਕ ਵੀ ਅੱਜ ਵੀ, ਕਿਉਂਕਿ ਇੱਕ ਹੋਰ ਵੀ ਗੱਲ ਹੈ ਵੀ ਔਰਤ ਨੂੰ ਅੱਜ ਵੀ ਤੁਸੀਂ ਵੇਖੋ ਦਰਬਾਰ ਸਾਹਿਬ ਦੇ ਵਿੱਚ ਭਾਵੇਂ ਕੀਰਤਨ ਕਰਨ ਦੀ ਗੱਲ ਹੋਵੇ, 5 ਪਿਆਰਿਆਂ 'ਚ ਸ਼ਾਮਲ ਹੋਣ ਦੀ ਗੱਲ ਹੋਵੇ, ਤੇ ਧਾਰਮਿਕ ਤੌਰ ਤੇ ਜਥੇਦਾਰ ਦੀ ਪਦਵੀ ਤੇ ਅਗਵਾਈ ਕਰਨ ਦੀ ਗੱਲ ਹੋਵੇ, ਬੜੇ ਇਹੋ ਜਿਹੇ ਰੁਤਬੇ ਨੇ ਜਿੱਥੇ ਔਰਤ ਨੇ ਅਜੇ ਤੱਕ ਅਗਵਾਈ ਨਹੀਂ ਕੀਤੀ। ਉਹਦਾ ਕਾਰਨ ਹੈ ਔਰਤਾਂ ਨੂੰ ਹੋਰ ਧਾਰਮਿਕ ਤੌਰ ਤੇ ਵੀ ਡੀਪਲੀ ਸਟੱਡੀ ਕਰਕੇ ਧਰਮ ਦੇ ਵਿੱਚ ਰੋਲ ਪਲੇ ਕਰਨਾ ਚਾਹੀਦਾ ਹੈ, ਜਿਹਦੇ ਨਾਲ ਇਹ ਗੁਰੂ ਸਾਹਿਬ ਜੀ ਨੇ ਜੋ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ ਹੈ ਉਹ ਬਿਲਕੁਲ ਬਰਕਰਾਰ ਰਹਿ ਸਕੇ। ਗਲਤੀਆਂ ਭੁੱਲਾਂ ਦੀ ਖਿਮਾ ਕਰਦੇ ਹੋਏ 10 ਸਮੇਂ ਦੇ ਮੁਤਾਬਕ ਸਮਾਪਤੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ। ਇਹ ਜੋ ਵੱਖ-ਵੱਖ ਟੌਪਿਕਾਂ ਤੇ ਆਪ ਜੀ ਦੇ ਨਾਲ ਗੱਲ ਕੀਤੀ, ਭਾਵੇਂ ਮੈਂ ਕਿਸੇ ਹੋਰ ਅੱਜ ਸਬਜੈਕਟ ਤੇ ਗੱਲ ਕਰਨੀ ਸੀ, ਪਰ ਡਾਕਟਰ ਹਰਸ਼ਿੰਦਰ ਕੌਰ ਜੀ ਨੂੰ ਪਹਿਲਾਂ ਮਿਲਣ ਤੋਂ ਜਿਹੜਾ ਕੋਈ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਚਲੋ ਇਹ ਟੌਪਿਕ ਕੰਟੀਨਿਊ ਜਿਹੜਾ ਲਗਾਤਾਰ, ਕਿਉਂਕਿ ਉਹਨਾਂ ਨੇ ਵੀ ਇਸੇ ਟੌਪਿਕ ਤੇ ਗੱਲ ਕਰਨੀ, ਤੇ ਇਸ ਕਰਕੇ ਆਪ ਜੀ ਦੇ ਨਾਲ ਗੁਰੂ ਸਾਹਿਬ ਜੀ ਨੇ ਸੋ ਕਿਉਂ ਮੰਦਾ ਆਖਿਆ ਜਿਤ ਜੰਮੇ ਰਾਜਾਨ, ਜੋ ਮਹਾਨ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ। ਸਾਡੇ ਕੋਲ ਲੋਕਾਂ ਨੂੰ ਦੱਸਣ ਲਈ ਬੜਾ ਕੁਝ ਹੈ ਸਿੱਖੀ ਦੇ ਅੰਦਰ ਜਿਹੜਾ ਅਸੀਂ ਅੱਜ ਬਿਲਕੁਲ ਗੁਰੂ ਸਾਹਿਬ ਜੀ ਦੀ ਕਿਰਪਾ ਨੂੰ ਹਾਸਲ ਕਰ ਸਕਦੇ ਹਾਂ। ਗਲਤੀਆਂ ਭੁੱਲਾਂ ਦੀ ਖਿਮਾ ਕਰਦੇ ਹੋਏ ਫਤਿਹ ਦੀ ਸਾਂਝ ਕਰੋ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਭਾਈ ਸਾਹਿਬ ਭਾਈ ਮਨਮੋਹਨ ਸਿੰਘ ਪਾਸੋਂ ਕਥਾ ਸੁਣਨ ਕਰ ਰਹੇ ਸਾਂ। ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਪਾਸ ਕਿਉਂਕਿ ਬੀਬੀ ਹਰਸਿੰਦਰ ਕੌਰ ਪਹੁੰਚੇ ਹਨ, ਉਹਨਾਂ ਦੇ ਵਿਚਾਰ ਆਪਨੇ ਸਰਵਣ ਕਰਨੇ ਹਨ।
ਜਿਹੜੀਆਂ ਸੰਗਤਾਂ ਥੱਲੇ ਲੰਗਰ ਹਾਲ ਵਿੱਚ ਹਨ ਉਹ ਵੀ ਉੱਪਰ ਆ ਜਾਣ। ਗੁਰੂ ਪਿਆਰੀ ਸਾਧ ਸੰਗਤ ਜੀ, मैं हुण बेनती करांगा। ग्रंथ साहब जी की हजूरी विच जुड़ी साध संगत जियो, वाहिगुरू जी का खालसा वाहिगुरू जी की फतेह। सब तो पहला दिलों धन्नवाद करदी हां मैं, जिन्ना प्यार ते सत्कार आप सब पासों मिलिया है शायद कोई सका भी नहीं दे सकता। इन्नी झोली भर के जा रही हैं इत्थों कि दिलों दुआ है तुहाडे लई, लंमियां उमरां माणो, सेहतमंद जिंदगी होए ते होर उचाइयां नूं छूओ, ताकि असी पंजाब विच बैठे तुहाडे सबना करके माण नाल सिर उच्चा कर सकीए। जिन्ना क प्यार मैं तुहाडे मनां विच वेखिआ है ना अपनी धरती लई जिहड़ी पिछे छड्ड आए हो, कुछ सतरां पहलां उहदे लई, क्योंकि जिन्ने वधिया विचार तुसीं हुणे सुण के हटे हो, मेरा ख्याल है मेरे कहण लई बहुता कुछ बचिआ ही नहीं, पर मेरा विशा कुछ वखरा है। शायद उहदा कुछ हिस्सा भावें मैं मनदी हां मैं बहुत औगणा दी खान हाँ ते मैं थोड़ी मत वाली भी हाँ, पर जिन्नी क मेरी समझ है उहदे मुताबक कुछ चीज़ां असीं विसार चुके हाँ, उन्हां नूं याद करवाउणा चाहती सी। शहीद भगत सिंह दे आखिरी शब्द सन, दिल से निकलेगी ना मर कर भी वतन की उल्फत, मेरी मिट्टी से भी खुशबुए वतन आएगी। कुछ इहो जी खुशबू मैं पंजाब की धरती तो तुहाडे लई लैके आई हाँ, भावें धी दे रूप विच, भावें भैण दी रूप विच, भावें बेटी दी रूप विच, जिवें मर्जी मान लिओ, पर वाकई उस पंजाब नूं अज तुहाडी लोड़ है। दरअसल असीं बहुत गल्लां कीतियां सी सिख इतिहास बारे। पिछले समय विच जिन्नी क देर मैं इत्थे रही हाँ, असीं सिख इतिहास की भी गल छेड़ी, ਧੀਆਂ ਦੇ ਮਾਰਨ ਦੀ ਗੱਲ ਵੀ ਛੇੜੀ, ਨਸ਼ਿਆਂ ਦੀ ਗੱਲ ਵੀ ਛੇੜੀ, ਪਰ ਮੈਨੂੰ ਜਾਪਿਆ ਅਸੀਂ ਚਾਰ ਸਾਹਿਬਜ਼ਾਦਿਆਂ ਤੇ ਪਹੁੰਚ ਕੇ ਕਿਤੇ ਗੱਲ ਇਹ ਭੁਲਾ ਨਾ ਦਈਏ ਕਿ ਸਾਡਾ ਜੋਸ਼ ਜੋ ਸਾਡੇ ਵਿੱਚ ਭਰਿਆ ਗਿਆ ਸੀ ਉਹ ਕਿਤੇ ਖਤਮ ਹੋਇਆ ਸੀ, ਜਾਂ ਉਸੇ ਹੀ ਥਾਂ ਤੇ ਸਾਡਾ ਇਤਿਹਾਸ ਕਿਤੇ ਖਤਮ ਹੋ ਗਿਆ ਸੀ। ਮੈਂ ਪੇਸ਼ੇ ਵਜੋਂ ਡਾਕਟਰ ਹਾਂ ਤੇ ਨਿੱਕੀ ਜਿਹੀ ਗੱਲ ਜੋ ਸਮਝਾਉਣਾ ਚਾਹਨੀ ਆ कि जे उस पेशे नाल जुड़ा जो ज्ञान या विज्ञान है मैं जे अगाह ना तोरा तो तुसी समझ सकते हो कि मेरा ये डॉक्टरी किता बिल्कुल फजूल है। बिल्कुल उंज ही जो असी ज्ञान इत्थे लैण आउंदे आ गुरुद्वारा साहब विच, जे उहनूं पूर्ण रूप विच अपनाईए ना तो वाकई उत्थे आउणा साडा फजूल चला जांदा है। दरअसल उस प्रभु नूं ध्यान नाल, उसनूं सिमरन नाल सारे सुख प्राप्त हो जाते हैं, यानी दुख महसूस होना बंद हो जाता है। यही असली साडी भगती है कि संसारक कामकार करदियां सिर्फ शुकराना बंदगी, लोड़वंद दी मदद या जुल्म दे विरुद्ध आवाज़ चुकी जाए। जे फिर भी सानू दुख महसूस हो रहे ने तां जरूर साडे सिमरन विच कोई कमी है। जे सानू लगदा है असीं पूर्ण रूप विच ग्रहण कीता है जो भी इस दे विच सिੱਖਿਆ दित्ती गई है, ਤਾਂ ਮੈਨੂੰ ਇਹ ਦੱਸੋ कि जदों गुरु साहब ने सानू पुत्र होने की दात बख्शी सी, रता ध्यान नाल सोचियो उस पुत्र विच उन्हां वेखना की चाहया सी। उन्हां दे अपने पुत्रां दे नाम की सन? साहिबजादा अजीत सिंह, ओ शेर जिसनू कोई जित नहीं सकता। साहिबजादा जुझार सिंह, ओ शेर जिहड़ा डट के लड़दा ते डर के नहीं भजदा। साहिबजादा जोरावर सिंह, जोर वाला ते तगड़ा शेर। साहिबजादा फतेह सिंह, ओ शेर जिहड़ा जितदा ही रहे ते किसे तो ना डरे। कि वाकई असीं उन्हां दे पुत्र होण ते खरे उतर सके? असीं ना रखदे अजकल पिंकी, टोनी, अरोड़े, संधू, रंधावे, ढींडसा इत्थे तक तां सीमित हो गए, पर असीं वो शेर बनन तो किते पिछां रह गए हैं। असीं मनां विच वाकई वो चीज़ वसाई नहीं। मेरे नाल कुछ पल पिछां चलो जदों खालसा साजिया गया सी। जे किसे विच रतिक उस समय नूं सोचण दी समर्था होए तां वेखियो वो समा किहो जिहा सी जदों सारे लिताड़े हुए लोग सन, हकूमत दे पैरां थल्ले दबे होए, कुचले होए, खत्म हो चुके इंसान सन जिन्हां दा बिल्कुल ज़मीर मर चुकिया सी। उस समय लोड़ जापी सी सतगुरां नूं कि इन्हां नूं खड़ा कीता जाए। किस तरह की हिम्मत फूकी होएगी उस एक घंटे दे विच कि अजिहा रूप उत्थे सिरज गया
कि उस तख्त श्री केसगढ़ साहब के पवित्र स्थान उत्ते सिखां नूं एक वखरी पछाण देण लई एक अद्भुत कौतक रच दिता गया। संसार भर दे इतिहास लई वो एक अमिट अनोखी प्रसिद्ध ते नवेकले जोश ते होश दी घटना ते करामात साबित हो चुकी है। खंडे बाटे दे अमृत दी दात सदका एक गुलाम कौम वाली सोच बदल गई ते शरीरां अंदर नवी रूह फूकी गई। वो सिंह बन गए सन सूरबीर खालसा, शक्ति नाल भरपूर महामानव जो मौत नूं मखौला कर सकते सन। आजाद विचारां वाले, अणख ते गैरत भरपूर बुलंद शख्सियत, सादा जीवन पर उच्च आचारी। कि वाकई असी सादा जीवन ते उच्च आचार अपना सके हाँ? मैं कहण वाली कोई नहीं, क्योंकि मैं ते हाँ ही औगणा दी खाण मैं पहले ही कह चुकी हाँ। पर जे अंदर झात मारन दा वल आउंदा है ते असी समझ सकते हाँ कि असी की हाँ ते की सी सानू बनाया गया सी। की छो दे उस दी करामात सी कि ऐसे अमृत पान नाल एक बैरागी साधु कर्म योगी तो संत सिपाही बन के जालम ते जाबर हकूमत नाल भिड़ के उन्होंने भाजना पा सकिया सी ते खिड़े मत्थे मौत नूं कबूल करके अपना मास जंबूरा नाल भी खिंचवा सकिया। पर ईन नहीं मन्नी, क्योंकि सिंह होना तां है ही मौत लाड़ी नाल विआह करवाउण दे तुल। वेखो ना क्या खूबसूरत तरीके नाल सानू समझाया गया है। खालसा मेरो रूप है खास, खालसा मैं हो करो निवास, खालसा मेरो इष्ट सुहृद, खालसा मेरो कहियो बिरद, खालसा मेरा मित्र सहाई, खालसा मात पित सुखदाई, खालसा मेरो पिंड प्राण, खालसा मेरी जान की जान, खालसा मेरा सतगुर पूरा, खालसा मेरा सज्जन सूरा, खालसा मेरो बुद्ध अर ज्ञान, खालसे का हो तरो ध्यान। ये अदुੱਤੀ करामात सी कि गुरु साहब ने 5 प्यारियां तो अमृत पान किया ते अपने चेलियां नूं गुरु किया। गुरु गोबिंद सिंह दी ओ छोई सी एक वंगार सी कि अंदर जिहड़ा सुत्ता पिया लहू सी ना वो जागया। लताड़े होए तिरकारे होए मानव जात कुल किरत कर्म देश रंग ते दे भेदभाव तो मुक्त होके उच्च मंडलों के सरदार बन गए। सिर्फ यही नहीं, शायद कोई भुल गया होए कि दुनिया भर विच जे रैड क्रॉस का अज जिक्र आउंदा है तो उहदी मुढ़ इसे धर्म तो बनी सी। भाई कन्हैया जी का दुश्मनां नूं पानी पियाउणा वो ब्रह्म अवस्था सी ते ओ सेवा भाव ही उसका मूल मंत्र ही लैके उस तो बाद रैड क्रॉस भी बनाया गया। यानी ये चीज़ असी भुल गए। पर मैं कुछ सिख इतिहास दियां होर चीज़ां भी याद करवा दियां, क्योंकि सिख औरतां बारे तुसीं हुणे बहुत डिटेल्ड इन्फॉर्मेशन लई है कि की कुछ उन्होंने बना के रखा गया, किवें बराबरी का रुतबा दिता गया उस समय जदों औरत वाकई एक बच्चे जम्मण वाली मशीन तो वध कुछ भी नहीं सी। पर्दे पिछे लंघदी जिंदगी दे विचों भी की कमाल दिखाओ उन्होंने जो दिखाया कि इन्ना उच्चा मान दिता औरत नूं जो किसी भी धर्म विच वाकई ये मिसाल मिलती नहीं। ये मावां दे उत्ते बहुत भारी फर्ज जे, जिथे असी हक्कां दी गल करदे हां सानू बराबरी दा हक दिता गया तां असी ये भुल गए कि वो बराबरी दे हक देण दे नाल जो गुरु साहब ने सोचा सी कि मैनू वापस भी दिता जाएगा कि ये अपने अगों जम्मण वाले शेरां नूं सेध दे देणगे। उन्हां ताईं ये जबान पहुँचाणगियां, उन्हां ताईं सभ्याचार पहुँचाणगियां, अगाह वधन दी हिम्मत देणगियां, धर्म लई कुर्बानी देण वास्ते तैयार भी करनगियां। पर साडा इतिहास इस वेले किते दबिया जा रहा है। शायद तुहानू जे नहीं जानकारी तां जिन्ना इतिहास साडा उत्थे पंजाब विच पढ़ाया जा रहा है उन्हां विच जिहड़ियां गल्लां दा मैं जिक्र करन लगी हां इन्हां दा नामो निशान नहीं। ते सोच के वेखियो जे ये नामो निशान पंजाब दे इतिहास दियां किताबां विच नहीं तां तुहानू इत्थे जर्मन भी नहीं जे पढ़ाउण लगे। सो समझ लो कि ये सिख औरतां ते किन्नी भारी जिम्मेवारी है ये दर्शाउणा कि बच्चिओ
ਇਹ ਕਿਤੇ ਸਾਡੇ ਧਰਮ ਕੁਰਬਾਨੀਆਂ ਵਾਲੇ ਜੋ ਸਨ ਜਾਂ ਜੋਸ਼ ਤੇ ਵੰਗਾਰ ਦੀ ਜੋ ਮਿਸਾਲ ਸਾਡੇ ਧਰਮ ਵਿੱਚ ਹੈ, ਇਹ ਸਾਹਿਬਜ਼ਾਦਿਆਂ ਨਾਲ ਖਤਮ ਨਹੀਂ ਸੀ ਹੋਈ। ਬਹੁਤ ਥਾਵਾਂ ਤੇ ਵਿਸ਼ਵ ਪੱਧਰ ਤੇ ਸਾਡੇ ਮਾੜੇ ਅੰਸ਼ ਬੜੇ ਉਤਾਂ ਉਛਾਲੇ ਜਾਂਦੇ ਨੇ, ਜਿਨ੍ਹਾਂ ਵਿੱਚ ਆਮ ਤੌਰ ਤੇ ਜੇ ਤੁਹਾਨੂੰ ਵੀ ਸੁਣਨਾ ਪਿਆ ਹੋਏ ਤੇ ਗੱਲ ਵਾਖੇ, ਮੈਨੂੰ ਅੰਤਰਰਾਸ਼ਟਰੀ ਪੱਧਰ ਤੇ ਬੜੀ ਵਾਰ ਸੁਣਨਾ ਪਿਆ ਹੈ ਕਿ ਇਹ ਸਿੱਖ ਜਿੱਥੇ ਲਫ਼ਜ਼ ਆਉਂਦਾ ਹੈ ਨਾ, ਜਾਂ ਤਾਂ ਇਹ ਲੜਾਕੇ ਨੇ ਤੇ ਜਾਂ ਫਿਰ ਇਹ ਗਲਤ ਲਫ਼ਜ਼ ਵਰਤ ਕੇ ਸਾਨੂੰ ਕਿਹਾ ਜਾਂਦਾ ਹੈ ਕਿ ਇਹ ਸਹੀ ਆਦਮੀ ਨਹੀਂ ਨੇ। ਕਈ ਵਾਰ ਮੈਨੂੰ ਹੀ ਉਹਨਾਂ ਥਾਵਾਂ ਤੇ ਕਾਫੀ ਸਮਾਂ ਲਾ ਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਲੜਾਕੇ ਨਹੀਂ ਨੇ, ਜੁਝਾਰੂ ਨੇ, ਕਿਉਂਕਿ ਇਹਨਾਂ ਦੇ ਉੱਤੇ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਇਹਨਾਂ ਨੇ ਜਿਨ੍ਹਾਂ ਤੋਂ ਇਹਨਾਂ ਦਾ ਉਤਪਤੀ ਹੋਈ ਸੀ ਉਹ ਚੀਜ਼ ਅਗਾਂਹ ਤੋਰਨ ਲਈ ਇਹ ਜ਼ਿੰਮੇਵਾਰੀ ਬੜੀ ਭਾਰੀ ਅਗਾਂਹ ਤੋਰਨੀ ਹੈ ਕਿ ਸਾਡੀ ਪਛਾਣ ਕਾਇਮ ਰਹਿ ਸਕੇ। ਦਰਅਸਲ ਇਤਿਹਾਸ ਬਦਲਣਾ ਕਿਸੇ ਵੀ ਤਾਕਤਵਰ ਮੁਲਕ ਲਈ ਬਹੁਤ ਸੌਖਾ ਹੁੰਦਾ ਜੇ। 17 ਸਾਲ ਵੀਅਤਨਾਮ ਦੀ ਲੜਾਈ ਵਿੱਚ ਹਰ ਅਣਮਨੁੱਖੀ ਵਰਤਾਰਾ ਕਰਕੇ ਮੂੰਹ ਦਿਖਾ ਕੇ ਅਮਰੀਕਾ ਨੇ ਉਸ ਲੜਾਈ ਬਾਰੇ ਕਿਤੇ ਆਪਣੇ ਇਤਿਹਾਸ ਵਿੱਚ ਜ਼ਿਕਰ ਨਹੀਂ ਜੇ ਕੀਤਾ। ਹਮੇਸ਼ਾ ਜਿੱਤ ਦਾ ਡੰਕਾ ਵੱਜਿਆ ਹੀ ਵਿਖਾਇਆ ਹੈ। ਬਿਲਕੁਲ ਇਸੇ ਤਰ੍ਹਾਂ ਜਦੋਂ ਅੰਤਰਰਾਸ਼ਟਰੀ ਪੱਧਰ ਤੇ ਸਿੱਖ ਧਰਮ ਨਾਲ ਸੰਬੰਧਿਤ ਗੱਲ ਹੋਏ ਤੇ ਲੋਕ ਇਹ ਕਹਿ ਦਿੰਦੇ ਨੇ ਇਹ ਤੇ ਉਹੀ ਨੇ ਨਾ ਜਿਹੜੇ ਸਿਰਫ ਆਪਣੇ ਦਸਤਾਰ ਪਿੱਛੇ ਲੜੀ ਮਰੀ ਜਾਂਦੇ ਨੇ ਜਾਂ ਕਿਰਪਾਨ ਪਿੱਛੇ ਹੀ ਸਿਰਫ ਆਪਣਾ ਹੱਕ ਗਵਾ ਲੈਂਦੇ ਨੇ। ਪਰ 7 ਸਮੁੰਦਰੋਂ ਪਾਰ ਤੁਸੀਂ ਬੈਠੇ ਇਹ ਜੇ ਬਦਲ ਸਕਦੇ ਹੋ ਇਹ ਸਾਰੀ ਸੋਚ, ਤਾਂ ਇਸੇ ਕਰਕੇ ਜੇ ਤੁਸੀਂ ਆਪਣੇ ਇੱਥੇ ਦੀ ਜ਼ਬਾਨ ਦੇ ਵਿੱਚ ਆਪਣਾ ਪਿਛੋਕੜ ਇਹਨਾਂ ਲੋਕਾਂ ਤਾਈਂ ਪਹੁੰਚਾ ਸਕੋ ਕਿ ਸਾਡਾ ਜੋ ਪਿਛਾਂ ਧਰਮ ਜਿੱਥੋਂ ਸ਼ੁਰੂ ਬੁਨਿਆਦ ਹੋਈ ਸੀ ਉਹ ਅੱਜ ਤਾਈਂ ਹਮੇਸ਼ਾ ਉਹਦੇ ਵਿੱਚ ਅਸੀਂ ਲੋਕਾਂ ਦੀ ਹਿੱਤ ਲਈ ਹੀ ਕੰਮ ਕੀਤਾ ਹੈ। ਜੋ ਇਤਿਹਾਸ ਮੈਂ ਚਾਹੁੰਦੀ ਹਾਂ ਕਿ ਸਾਡੀਆਂ ਮਾਵਾਂ ਹੁਣ ਅਗਾਂਹ ਪਹੁੰਚਾਉਣ ਉਹ ਇਹ ਹੈ ਕਿ ਮੌਲਾਨਾ ਅਬੁਲ ਕਲਾਮ ਆਜ਼ਾਦ ਜੀ ਦੇ ਦੱਸੇ ਅੰਕੜਿਆਂ ਮੁਤਾਬਕ 1942-43 ਦੀ ਭਾਰਤ ਛੱਡੋ ਲਹਿਰ ਦੌਰਾਨ ਗ੍ਰਿਫਤਾਰ ਹੋਏ ਦੇਸ਼ ਭਗਤਾਂ ਵਿੱਚੋਂ 1/4 ਗਿਣਤੀ ਕੇਵਲ ਸਿੱਖਾਂ ਦੀ ਸੀ। ਦੇਸ਼ ਉੱਤੇ ਕੁਰਬਾਨ ਹੋਣ ਵਾਲਿਆਂ ਵਿੱਚੋਂ ਆਜ਼ਾਦੀ ਵਿੱਚ ਹਿੱਸਾ ਪਾਉਣ ਵਾਲੇ 80% ਤਾਂ ਇਹ ਸਿਰਫ ਉਸ ਸਮੇਂ ਦੀ 1.5% ਵਸੋਂ ਵਾਲੇ ਸਿੱਖ ਸਨ, ਜਦਕਿ ਬਾਕੀ ਦੀ 80% ਗਿਣਤੀ ਵਾਲਿਆਂ ਵਿੱਚੋਂ ਸਿਰਫ 2% ਹੀ ਸੀ ਜਿਨ੍ਹਾਂ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ। ਇਹ ਕਿਸੇ ਵੀ ਇਤਿਹਾਸ ਵਿੱਚ ਜ਼ਿਕਰ ਨਹੀਂ ਜੇ ਮਿਲਦਾ। ਸੋ ਮੈਂ ਚਾਹੁੰਦੀ ਹਾਂ ਕਿ ਇਹਨਾਂ ਨੂੰ ਤਾਂ ਦੱਸੋ ਹੀ, ਪਰ ਆਜ਼ਾਦੀ ਦੀ ਜੰਗ ਵਿੱਚ ਫਾਂਸੀ ਦੀ ਸਜ਼ਾ ਪਾਉਣ ਵਾਲੇ 121 ਬਹਾਦਰ ਵੀਰਾਂ ਵਿੱਚੋਂ 93 ਸਿੱਖ ਸਨ। ਉਮਰ ਕੈਦ ਭੋਗਣ ਵਾਲੇ 2646 ਵੀਰਾਂ ਵਿੱਚੋਂ 2147 ਸਿੱਖ ਸਨ। ਬਜਬਜ ਘਾਟ ਵਿਖੇ ਬਹਾਦਰੀ ਦਿਖਾਉਣ ਵਾਲੇ 113 ਵਿੱਚੋਂ 67 ਸਿੱਖ ਸਨ। ਜਲਿਆਂਵਾਲਾ ਬਾਗ ਵਾਲੇ ਸਾਕੇ ਵਿੱਚ ਸ਼ਹੀਦ ਹੋਣ ਵਾਲੇ 1300 ਦੇਸ਼ ਭਗਤਾਂ ਵਿੱਚੋਂ 799 ਸਿੱਖ ਸਨ। ਕੂਕਾ ਲਹਿਰ ਦੇ ਸ਼ਹੀਦਾਂ ਵਿੱਚ ਵੀ ਸਾਰੇ 91 ਸਿੱਖ ਹੀ ਸਨ। ਜਨਵਰੀ 1872 ਵਿੱਚ ਜਦੋਂ ਮਲੇਰਕੋਟਲੇ ਵਿੱਚ ਤੋਪਾਂ ਨਾਲ ਉਡਾਇਆ ਗਿਆ ਸਿੱਖਾਂ ਨੂੰ, ਉਦੋਂ ਵੀ ਸਿੱਖ ਹੀ ਸਨ ਤੇ ਅਕਾਲੀ ਲਹਿਰ ਵਿੱਚ ਵੀ ਜਿਹੜੇ ਉਹ ਸ਼ਾਮਲ ਸਨ 500 ਦੇ 500 ਸਾਰੇ ਸਿੱਖ ਹੀ ਸਨ। ਦਰਅਸਲ ਆਜ਼ਾਦ ਹਿੰਦ ਫੌਜ ਨੂੰ ਸਥਾਪਿਤ ਜਿਨ੍ਹਾਂ ਨੇ ਕੀਤਾ ਸੀ ਉਹਨਾਂ ਦਾ ਜ਼ਿਕਰ ਹਿੰਦੁਸਤਾਨੀ ਸਰਕਾਰ ਵੀ ਭੁਲਾ ਚੁੱਕੀ ਹੈ ਤੇ ਤੁਸੀਂ ਜਾਂ ਮੈਂ ਯਾਦ ਰੱਖੀਏ ਵਾਕਈ ਨਾਮੁਮਕਿਨ ਹੈ ਤੇ ਅੱਗੋਂ ਸਾਡੇ ਬੱਚਿਆਂ ਨੂੰ ਵੀ ਇਸ ਬਾਰੇ ਪਤਾ ਹੋਏ ਇਹ ਤੇ ਅਸੀਂ ਸੋਚ ਹੀ ਨਹੀਂ ਸਕਦੇ। ਪਰ ਮੈਂ ਦੱਸ ਦਿਆਂ ਜੋ ਤੁਸੀਂ ਆਪ ਵੀ ਇਤਿਹਾਸ ਦੀਆਂ ਕਿਤਾਬਾਂ 'ਚੋਂ ਪੜ੍ਹ ਸਕਦੇ ਹੋ ਕਿ ਜਿਹੜੇ ਸਿੱਖ ਜਰਨੈਲ ਮੋਹਨ ਸਿੰਘ ਦੇ ਅਸੀਂ ਇਤਿਹਾਸ ਵਿੱਚੋਂ ਭੁਲਾ ਚੁੱਕੇ ਹਾਂ ਉਹੀ ਸੀ ਆਜ਼ਾਦ ਹਿੰਦ ਫੌਜ ਨੂੰ ਸਥਾਪਿਤ ਕਰਨ ਵਾਲਾ, ਜਦਕਿ ਅਸੀਂ ਸੁਭਾਸ਼ ਚੰਦਰ ਬੋਸ ਜੀ ਦਾ ਨਾਮ ਰਟਾਉਂਦੇ ਫਿਰਦੇ ਹਾਂ ਤੇ ਅਗਲੀ ਪੁਸ਼ਤ ਨੇ ਤਾਂ ਜ਼ਰੂਰ ਸਾਡੇ ਜਨਰਲ ਮੋਹਨ ਸਿੰਘ ਦਾ ਖੁਰਾ ਖੋਜ ਮਿਟਾ ਦੇਣਾ ਹੈ। ਪੰਜਾਬੀ ਸੂਬਾ ਤੇ ਪੰਜਾਬ ਦੇ ਪਾਣੀਆਂ ਵਾਸਤੇ ਲਗਾਤਾਰ ਜੱਦੋ-ਜਹਿਦ ਕਰਨ ਵਾਲਿਆਂ ਨੂੰ ਅਸੀਂ ਭੁਲਾ ਹੀ ਦਿੱਤਾ ਹੈ ਤੇ ਆਜ਼ਾਦ ਹਿੰਦ ਫੌਜ ਵਿਚਲੇ 42,000 ਸੈਨਿਕਾਂ ਵਿੱਚੋਂ 28,000 ਸਿੱਖ ਸਨ। ਜੇ 1962, 65 ਤੇ 71 ਦੀਆਂ ਜੰਗਾਂ ਦੀ ਗੱਲ ਕਰਾਂ ਉਹਨਾਂ ਵਿੱਚ ਹੀ ਸਿੱਖ ਹੀ ਨਜ਼ਰ ਆਉਂਦੇ ਰਹੇ ਨੇ, ਜੋ ਕਿ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ। ਹਰ ਥਾਂ ਮੋਹਰੀ ਇਹੀ ਰਹੇ ਨੇ ਤੇ ਮੰਨੀ ਹੈ ਸਰਕਾਰ ਕਿ ਜੇ ਸਾਨੂੰ ਜੰਗ ਵਿੱਚ ਜਿੱਤ ਹਾਸਲ ਹੋਈ ਤਾਂ ਇਹਨਾਂ ਸਦਕਾ ਹੀ ਹੋਈ।
सिख इतिहासकार सरदार गंडा सिंह जी अनुसार गुरुद्वारा लहर दौरान 500 सिंह शहीद होए, 30,000 जेलों विच गए। सिखां ने 10 लाख रुपया जुर्माना भी भरिया, पर फिर भी नतीजा की है कि हाले तक सिख पंथ तो विछड़े गुरुद्वारियां लई वीज़ा दफ्तरां दे गेड़े ही कढ़दे रहिंदे ने। अरदासां विच सिर्फ उस स्थान दी असीं सुरੱਖਿਅਤ होण दी मंग ही करते रहने हैं। ये भी किसी ने शायद ना सुनिया होए कि CF एंड्रयूज़ ने जो कहा सी कि सिंह निरे लहू हड्डियां दे नहीं बने हुए, बल्कि इन्हां दे सरीरक ते रूहानी शक्ति अंदाजे तो बाहर है। जे लिखण दी नौबत आई तां ज़ाहिर है उन्हां दे शरीर अंदर जिहड़ा लहू सी उहदी थां ते फौलाद वगदा सी। ये फौलाद शुरू कित्थों होया सी सानू सब नू पता है, पर यह फौलाद खत्म कदे नहीं जे होया। ये साडे लहू दा उबाल साहिबजादियां तो बाहर भी तुरदा, बाद भी तुरदा रहा, हुण तक चालू है। ते इहदे विच जो जलियांवाले बाग दे साके दा बदला भी सिख नौजवान शहीद वीर उधम सिंह ने लिया। ते गुरुद्वारा सुधार लैत दी बहादरी वेखण तो बाद मदन मोहन वालिया जी ने हर हिंदू परिवार नूं एक बेटा सिख सजाउण लई कहा सी। ये भी साबित हो गया होया है कि बापू गांधी वालों जिहड़ा प्रोग्राम महाराज राम सिंह दे प्रोग्राम उत्ते आधारित कीती, उहदे विच भी अंग्रेज़ां विरुद्ध शांतमई ढंग नाल प्रशासनी ढांचे दा बाईकाट करन विच भी सिंघां दा ही वड्डा रोल सी। यानी गल सिर्फ इत्थे ही नहीं मुक्की, बल्कि सिखां अंदर आज़ादी ते देश लई ठाठा मारदा प्यार ही सी कि उन्हां दी शक्ति दे सदका सन 1849 तक अंग्रेज़ इन्हां नूं गुलाम नहीं बना सके। भारत विच मुगलों नाल टक्कर लैके उन्हां दा बराबर दा वखरा राज स्थापित कर देना, ये भी सिखां ने कर विखाया सी। होर किसे च की दम सी कि लाल किले उत्ते कदे खालसा झंडा झूल सकिया होवे। 1824 ते 25 दे विच बर्मा ते असम विरुद्ध लड़ाई विच अंग्रेज़ सरकार तो बागी होए फौजी दस्तियां विचों भी 70% सिख सन। फिर भी आज़ादी का इतिहास पढ़न लग्या ये सब कुछ बच्चों दियां किताबां चों मनफी कर दिता जाता है ते खिताब दिता जाता है कि ये सिख सैपरेटिस्ट ने या ये सिख वो ने जिहड़े सिर्फ दस्तारां लई लड़दे फिरदे ने। एक कुर्बानियां दियां मिसालां दफन कीतियां जांदियां ने विश्व पद्धर ते किहड़ी चाल तहत। सवाल ये उठदा है कि इस सोच नूं बदलना किसने है? फिरंगियां ने? नहीं, ये बदलना भी असी है। तरीका इहो है कि इन्हां दी ज़बान दे विच ये तर्जमा किया जाए जो साडे इत्थों दे बच्चों दे वास्ते कि ओ सिख बुद्धिजीवियां नाल रल के किसे ना किसे तरीके भावें अपने स्कूलों विच यूनिवर्सिटियां विच या अपने साथियों नाल जे एक गल्लां नहीं साझियां करोगे, उन्हां नूं नहीं जानकारी दिओगे तां जरूर विश्व पद्धर ते असीं बदनाम ही हुंदे रवांगे। इन्ना कुछ जान लैण बाद भी कुछ होर गल्लां भी साडे नाल बड़ी वड्डी पद्धर उत्ते जोड़ियां गईयां, जिन्हां विच ये शामिल है कि एक कुड़ी मारने ते ओह भी सिखरां दे। भले मानसो साडी गिणती है कुल 1.9%। चीन दे बराबर जे सानू गिणदे ने बहुत भले लोग ने जे साडी गिणती इन्नी भारी है कि चीनियां दे विच जे इस वेले गिणती उन्हां दी कुड़ियां दे बनिस्बत सिर्फ वो कहंदे ने कि 20% कई थावां ते तां रह गई है। साडी इन्नी गिणती डिग्गी नहीं, पर बदनाम सिर्फ इस करके हाँ कि असीं मोहरी दिसदे हैं। इस इतिहास विच किते होर भी ना भुल जाओ कि जे किसे नूं इह फिक्र होवे कि इस कौम दा सफाया जे 1984 विच करके किसे ने समझिया कि ख़त्म कर सकते हैं तां इकल्ला बोता सिंह बथेरा है उन्हां नूं इह दस्सण लई कि जदों मुगल सल्तनत ने कहा सी कि सिंघां दा तां खत्म हो गया राज, एक भी सिंह धरती ते नहीं बचिया, तां इकल्ला बोता सिंह बथेरा सी कि जब तक एक भी सिंह इस धरती ते है मैं हैगा ते सिख किवें खत्म हो सकते हैं। ये ओदी मिसाल सी कि पूरी फौज नाल टक्कर लैण लई तैयार हो गया कि आ मेरा पिया जे कछहरा ते जिन्हें लंघना जे ये सिख राज स्थापित कर दिता है, टका दे के लंघिओ। ये जे हिम्मत दी मिसाल कि जिथे एक इकल्ला भी रह जाए किवें 1.25 लाख वांगू बराबर दिसदा है कि वो शहीदी प्राप्त कर गया। पर उन्ना समा जिन्नी देर रहा ये सुनेहा पहुँचा गया मुगल सल्तनत नूं कि जब तक एक भी सिंह किसी दुनिया के कोने विच है
ये तो ख़त्म नहीं किए जा सकते। एक हमला जरूर फिर भी हो रहा है साडी ज़बान ते। तुसी बड़ा निग्गर कदम चुक्या होया जे कि तुसी अपने बच्चों नूं घरां विच ज़बान नाल बहुत सोहना जोड़िया है। कई घरां विच ते इन्नी खूबसूरत पंजाबी ज़बान बोली जाती है कि ये मैनू कई बार शक ही पै जाता है कि शायद पंजाब इस धरती ते वसिया पिया ते पंजाब अंदर सगों हिंदी या अंग्रेज़ी सुनन नूं मिलदी है, जो कि इत्थे नहीं मिली। पर कुछ जो भाषा विग्यानियां ने विश्व पद्धर ते गल्लां कीतियां ने, उन्हां तहत कोई भी ज़बान जदों आखिरी साह लैंदी है वो तां हुंदा जे जदों उहदा घेरा सुंगड़दा। ते घेरा सुंगड़न दा मतलब हुंदा जे जदों लिखत रूप विच या वो बच्चे पढ़न योग ना रह जाण। यानी तुहाडा बच्चा तुहाडा इतिहास पढ़न लई कोई तर्जमा मंगदा होए तां उदों समझ लो कि उस ज़बान दा अंत यकीनी है। जे साडे बच्चे बोलन योग तां हन पर लिखण योग नहीं या पढ़न योग नहीं तो डिपेंडेंट होणगे उन्हां ते जो इस ज़बान च लिखिया या रचिया साहित्य समेत गुरु ग्रंथ साहब दे किस तरीके तोड़ मरोड़ के उन्हां ताईं पहुँचाया जाता है। सो उस चीज़ तो बचन लई सानू जरूरी है कि साडे बच्चे लिखण भी, इस च साहित्य रचन भी ते इस दे विच पढ़ सकन योग भी होण। सो जद तक ये नहीं असी करांगे साडे सभ्याचार ते ज़बान दा घेरा जरूर सुंगड़दा जाएगा। सिख बीबियां दा इतिहास जिहदा जिक्र होया तां उहदे विच जरूरी है कि उन्हां औरतां दा भी जिक्र करिए जो कि बराबर दा मोढे नाल मोढा जोड़ के इत्थे तुरन दी गल कर रही ने कि इस वेले तुहाडे सिर ते ये जिम्मेवारी तां है ही है कि अपने बच्चों नूं पढ़न ते लिखण योग जरूर ज़बान च बनाओ, अपने इतिहास नाल जोड़ो। अज तक दा जो खून च रवानी है उन्हों जरूर उहदे च शामिल करो। जे किसे नूं जापदा है कि औरत दा रोल घट है तां सोच के वेखियो 6 वरियां दा बाल तुहाडी गोद विच लुकदा किवें है। किसे बच्चे नूं कह वेखो 6 वरियां दे नूं जा भाई उत्थे जा तलवार लैके खड़ा है तेरा सिर वड्डण नूं, जा कटा के आ। किन्ना क जिगरा होएगा मां गुजरी विच कि उन्हें उन्हां बच्चिआं नूं किस तरह भेजिया होना है कि जाओ ते तुसीं इन्हां दी कुर्बान हो जाओ। किन्हां लई? आउण वाली कौम लई। एक किसने भरिया सी उन्हां अंदर ये जोश? जे मां गुजरी उस वेले थिड़क जाती कि मेरे ये लाल क्यों किसे उस आउण वाले लिए कुर्बान हो जाण जिन्हां दा पता नहीं किहो जे होणगे, तां ये इतिहास होना ही नहीं सी। वो बाल भी दौड़ के आके लुक जांदे अपनी दादी दी गोद विच, पर जे वो कारा हो सकिया तां सिर्फ मां गुजरी वल्लों दित्ती वो हल्ला शेरी सदका। वो वंगार अज भी हर औरत विच है। जे वो अपनी ताकत पछाण सके, अपने बच्चों अंदर वही रूह फूक सके, तो सानू हर घर विच एक बंदा सिंह बहादुर दिसेगा, हर औरत विच माई भागो दिसेगी। वो फटकार पाउण वाली, वो लानता पाउण वाली कि हर सिख औरत दी भी ओनी ही पछाण होएगी जिवें कल्ले बोता सिंह ने कह दिता सी कि मैं हाँ तो सिख राज स्थापित कर सकदा। बिल्कुल उंजी एक भी जब तक सिख औरत है तो की मजाल है कि इस कौम विच एक भी शेर पैदा होना घट हो जाएगा। ये हिम्मत औरतां विच भरनी बहुत जरूरी है कि तुहानू उतां चुक्या गया सी गुरु नानक देव जी तो लैके 10वें गुरु साहब तक, सिर्फ इसलिए कि इस कौम नू अगाह तोरन दी, इन्हां विच खून नू गरमाउण लई ये जिम्मेवारी तुहाडे सिर ते है कि तुसी खड़े होवो, डटो ते ओनी ही गुच्ची गज के जयकारा बुलाओ कि साडियां इन्हां विच मां गुजरी दियां शेरनियां अज भी जिंदा ने। एक जयकारा गज के जे दसो मैनू पता लगे कि वाकई साडियां सिंघणियां विचों दम है या नहीं। बोले सो निहाल। एक होर जिक्र करना बहुत जरूरी है क्योंकि रेसिज्म दा शिकार मैं वेख्या कि कई मुल्कां विच साडे हो रहे ने।
ਉਹ ਵੀ ਤਾਂ ਹੀ ਘਟ ਸਕਦਾ ਹੈ ਕਿ ਜੇ ਅਸੀਂ ਜਿੱਥੇ ਵੀ ਵਸ ਰਹੇ ਹਾਂ ਉਹਨਾਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਾ ਸਕੀਏ। ਯਾਨੀ ਮੁੜ ਕਿੜ ਕੇ ਗੱਲ ਫਿਰ ਉੱਥੇ ਹੀ ਖੜੀ ਹੁੰਦੀ ਜੇ ਕਿ ਇੱਥੇ ਸਾਡੇ ਇਤਿਹਾਸ ਦਾ ਤਰਜਮਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਹਨਾਂ ਲੋਕਾਂ ਤਾਈਂ ਅਸੀਂ ਸਾਰਾ ਕੁਝ ਪਹੁੰਚਾ ਸਕੀਏ ਜੋ ਅਸੀਂ ਵਾਕਈ ਆਪਣੇ ਬਾਰੇ ਦੱਸਣਾ ਚਾਹੁੰਦੇ ਹਾਂ। ਉਹਨਾਂ ਨੂੰ ਟੁੱਟੀ ਫੁੱਟੀ ਜਾਣਕਾਰੀ ਇੱਧਰੋਂ ਉੱਧਰੋਂ ਨਾ ਮਿਲੇ कि असी की हाँ ते कित्थों बने हैं। को किसी को राज ना दे है, जो ले है निज बल से ले है। सो तुसी पोलिटिकली जब तक एक्टिव नहीं होवोगे उतां तक हथ नहीं पाओगे। तुसी वाकई उही चीज़ उस तरह ही गिने जाओगे जिमें पंजाब अंदर बिहारीए आके काम करते हैं। उस तरह की सोच इन्हां लोकां दे मनां विच पैदा हो जानी जे। रस्ते तुसी चुनने ने ते रस्ता मैं सुझा दिन्नी जो कि हांगकांग विच इस वेले सही साबित हो चुकिया है कि तुहाडे कोल जरिया जे सोशल सर्विस दा। अपने बच्चों नूं या आप खुल के अगाह आ सकते हो कि असीं आ रहे हैं तुहाडे विच, भावें असीं महीने च एक वारी सही पर असी इस ऐतवार शाम नूं 2 घंटे या 3 घंटे तुहानूं दिते क्योंकि साडे लहू विच भाई कन्हैया जी दा साडा दिता साडा पिछोकड़ ते असी भावें तुहाडे बिरधकार होण या तुहाडे किसी भी किस्म दा कोई काम जो तुहाडे मुल्क विच जिसनूं सोशल सर्विस गिणदे ने साडे ये लोग मुफ्त करन नूं तैयार ने। यही कुछ हांगकांग विच वापरिया सी जिथे बच्चियां ने सिर्फ 2 घंटे हफ्ते दे विच एक महीने च एक ऐतवार शुरू किया ते मेन मीडिया विच उन्हां दा जिक्र आया। दूजी बार फिर उन्होंने खूनदान दिता जो कि मुख पन्ने दियां खबरां बणियां ते वीरो ये गल इन्नी क सी जो कि साडे हड्डी रचीए साडे लिए कोई खास औखा काम नहीं, पर जिथे उन्हां विचों इन्ना उतां उछाल आया कि ये कौम साडे लिए ही काम कर रही है ही साडे, तो वो वितकरे दी पाड़ जो सी वो घट गया। नतीजे वजों उन्होंने अपनी जो फुटबॉल दी टीम सी कंट्री दी उहदे विच भी साडा बच्चा शामिल हो गया सिर्फ इस सोच नाल कि इन्हां दा पिछोकड़ तां गजब दा है, कमाल दा है, जिहदी मिसाल दुनिया भर विच किते है ही नहीं। कुछ फ्रेंच बच्चियां नूं जदों मैं दस्सिया कि साडे इतिहास विच किवें गुरु तेग बहादुर जी ने किसी होर धर्म दे लोकां लई जान वारी या किवें साडे निक्के निक्के बाल इस तरह कुर्बान हो गए तो वो फ्रेंच बच्चे भी रो पे सन कि इन्ना जुल्म तुसी सह के बने हो, तुसी ते कमाल दी कौम हो कि सानू ये इंटरस्ट हो गया कि तुहाडे धर्म बारे कुछ होर जाणीए। ते जे तुसी जो तुहाडे बच्चे इत्थों दे जंपल ने जो इस जबान दी महारत रखते ने जे इत्थों दी जबान विच तुसी तर्जमा करके उन्हां ताईं पहुँचाओगे तो वेखो की कमाल हो सकता है। पर चेते रखियो जदों तुहाडा सोशल सर्विस वाला पासा सामने आ गया तो तुहानूं जरूर उतां इस मुल्क विच चुक्या जाएगा ते पोलिटिकल ਤਾਂ ਤੁਹਾਨੂੰ पहुँचना ही पैना ਤਾਂ जो ਅਸੀਂ ਇਹਨਾਂ ਮੁਲਕਾਂ ਵਿੱਚ ਦਿਖਾ ਸਕੀਏ ਕਿ ਇੱਕ ਵੀ ਸਿੰਘ ਭਾਵੇਂ ਚੰਨ ਤੇ ਲਾ ਦਿਓ ਉੱਥੇ ਵੀ ਝੰਡੇ ਗੱਡ ਸਕਦਾ ਹੈ। ਸੋ ਲਾਲ ਕਿਲਾ ਤੇ ਕੋਈ ਵੱਡੀ ਗੱਲ ਹੀ ਨਹੀਂ, ਪਰ ਇਹਨਾਂ ਮੁਲਕਾਂ ਵਿੱਚ ਹੋਰਨਾਂ ਵੀ ਮੁਲਕਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਸਾਰੇ ਸਾਡੇ ਸਿੰਘ ਅਗਾਂਹ ਵਧੇ ਨੇ। ਇਹ ਜ਼ਰੂਰ ਤੁਸੀਂ ਕੰਮ ਕਰਨਾ ਜੇ ਇਹ ਠਾਣ ਲਓਗੇ ਤੇ ਜ਼ਰੂਰ ਕਰ ਸਕੋਗੇ। ਸਾਡੇ ਸੱਭਿਆਚਾਰ ਦਾ ਤਰਜਮਾ इस जबान विच सिर्फ इसे करके जरूरी नहीं कि असीं ये वितकरा या रेसिज्म घटाउणा है, बल्कि इस सभ्याचार दे तर्जमे का एक होर फायदा भी होना जे ਜਿਹੜੇ ਬੱਚੇ ਜੰਮਪਲ ਇੱਥੋਂ ਦੇ ਨੇ ਜਿਹੜੇ ਨਹੀਂ ਅਜੇ ਜਾਣ ਸਕੇ ਸਾਡੀ ਜ਼ਬਾਨ ਨੂੰ ਪੂਰੀ ਤਰ੍ਹਾਂ, ਜਦੋਂ ਉਹਨਾਂ ਤਾਈਂ ਇਹ ਇਤਿਹਾਸ ਪਹੁੰਚੇਗਾ ਉਹਨਾਂ ਨੂੰ ਚਾਅ ਪੈਦਾ ਹੋਣਾ ਜੇ ਕਿ ਇਹਦੇ ਵਿੱਚ ਹੋਰ ਵੀ ਕੁਝ ਰਚਿਆ ਹੋਏਗਾ ਸਾਹਿਤ, ਉਹ ਵੀ ਪੜ੍ਹ ਵੇਖੀਏ। ਯਾਨੀ ਖਿੱਚ ਆਪਣੀ ਜ਼ਬਾਨ ਪ੍ਰਤੀ ਉਹਨਾਂ ਨੂੰ ਆਪਣੇ ਆਪ ਪੈਦਾ ਹੋ ਜਾਣੀ ਜੀ। ਤੁਸੀਂ ਇੱਕ ਹੋਰ ਵੀ ਕੰਮ ਕਰ ਸਕਦੇ ਹੋ ਜੇ ਗੁਰਦੁਆਰਾ ਸਾਹਿਬਾਨ ਵਿੱਚ ਇੱਥੇ ਗੁਰਦੁਆਰਾ ਸਾਹਿਬ ਵਿੱਚ ਜੇ ਤੁਸੀਂ ਕਰਨਾ ਚਾਹੋ ਤੇ ਬੀਬੀਆਂ ਦੇ ਸਿਰ ਲਾਓ ਇਹ ਜ਼ਿੰਮਾ ਕਿ ਸ਼ਾਮ ਨੂੰ ਹੀ ਸਹੀ ਕਿਸੇ ਇੱਕ ਐਤਵਾਰ ਉਹ ਬੱਚਿਆਂ ਨੂੰ ਪੰਜਾਬੀ ਚੰਗੀ ਤਰ੍ਹਾਂ ਪੜ੍ਹਾ ਕੇ ਇਤਿਹਾਸ ਦੀਆਂ ਕਿਤਾਬਾਂ ਪੜ੍ਹਾਉਣੀਆਂ ਸ਼ੁਰੂ ਕਰ ਦੇਣ ਤੇ ਉਤਸ਼ਾਹਿਤ ਕਰੋ ਕਿ ਬੱਚਿਆਂ ਨੂੰ ਲਿਖੋ ਜਿਹਦੇ ਕੰਪੀਟੀਸ਼ਨਸ ਤੁਸੀਂ ਕਰਵਾ ਸਕੋ ਕਿ ਕਿਸ ਦਾ ਬੱਚਾ ਸਭ ਤੋਂ ਵਧੀਆ ਅੱਜ ਕੋਈ ਐਸੇ ਲਿਖ ਲਿਆ ਹੈ ਜਾਂ ਕਵਿਤਾ ਲਿਖ ਲਿਆ ਹੈ ਤੁਹਾਡੀ ਜ਼ਬਾਨ ਵਿੱਚ ਤੇ ਵੇਖੋ ਇਹ ਪ੍ਰਫੁੱਲਿਤ ਛਲਾਂਗਾ ਮਾਰਦੀ ਕਿਵੇਂ ਪਹੁੰਚੇਗੀ ਜ਼ਬਾਨ। ਇੱਕ ਨਿੱਕੀ ਜਿਹੀ ਐਗਜ਼ਾਮਪਲ ਦੱਸ ਦਿੰਨੀ ਆ। ਭਰੂਣ ਹੱਤਿਆ ਤੇ ਕਿਤਾਬ ਲਿਖੀ ਸੀ ਮੈਂ ਪੰਜਾਬੀ ਵਿੱਚ
हॉलीवुड वालियां नूं चंगी लगी तो कहन लगे जी इहदा असीं तर्जमा सुनिया, सानूं अंग्रेजी विच कर दिओ। ते मैं उन्हां नूं कहा जी मैं नहीं जे करना। जे तुहानूं लगदा है ना कि इस जबान विच कुछ वधिया रचिया गया है तो तुहाडी जिम्मेवारी जे तुसीं मजबूर हो तुसीं करो इहदा तर्जमा ते फिर पिक्चर बनाओ। तो हुण उन्हां नूं आप ही तर्जमा करके फिल्म बनानी पै रही है रोरिंग साइलेंस नाम दी। सो ये नहीं है कि साडी जबान विच रचिया साहित्य पढ़न योग नहीं, सिर्फ उन्हां तक पहुँचाउण दा जरिया असीं पैदा करना है। मैं इन्नी की तुहाडे नाल सांझ गंढनी सी क्योंकि मेरा अज विशा कुछ चिंता दा सी। मैं जो वेख्या कि साडी जबान किते घेरा सुंगड़ के ना पहुँचे, ये तुहानूं जागरूक कर जावां कि तुसीं बहुत उच्चे कदम चुके ने, बड़े सिखरां तक वधे हो, बहुत उतां उछालां मारियां ने, पर यह किसे एक वार सदका जे जो तुहानूं दिता गया सी गुरु नानक देव जी वल्लों। उजड़ जाओ। सो उजड़ के तुसीं चंगियाई फैला दित्ती है, पर एक माड़ी भी चीज़ वेखी जिसका मैं जिक्र एक जांदे जांदे निक्की जी कहानी के रूप में कर दिन्नी हां जो शायद तुसीं आपे ही समझ जाओगे। एक थां ते एक औरत गाजरां वेचदी पई सी। उत्थे कोल एक सज्जण बैठे अपनी माला फेर रहे सन, जिहदे चों वाहिगुरू 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 करके मणके तोड़ते पे सन। वो वेखदे रहे कोल बैठी एक औरत गाजरां वेचदी हुई, जदों कोई आए वो चक्कण की कोशिश करे, चंगियां माड़ियां चुनन की कोशिश करे तो अड़ जाती सी। चुनना नहीं, सारे का सारा इंज ही चक, नहीं तो मैं तैनूं ये चुक्कण नहीं देना। उन्हें काफ़ी देर वेखते रहे भी बड़ी बहस करन नाल भी जिहड़े चुनना चाहुंदे सन भी चंगियां माड़ियां वख कर रही ने ते उन्हां विच ओ तोड़ दिंदी सी भी गाहक चला जावे, पर मैं सिर्फ उसे नूं वेचणियां ने जिहड़ा ये सारियां चंगियां माड़ियां इकट्ठियां चुक के ले जाएगा। अखीर उन्हें वेख्या जिहड़े मणका लैके वाहिगुरू वाहिगुरू करते सन कि अखीर विच एक बंदा आया जिसनों उन्हें खिड़े मत्थे उन्होंने मुस्कुरा के उहदा स्वागत किया ते वधिया वधिया गाजरां चुन के उन्होंने दे दित्तियां। बाबा बुल्ले शाह साने बैठे जो मणके फेरदे सन बड़े हैरान होए कि ये की गल हुई, हुण तक तो इन्हें इन्ने गाहक मोड़ दिते ते इस गाहक नाल की खास गल सी कि आप वधिया वधिया चुन के दे दित्तियां। उन्होंने उठ के उन्होंने पूछना चाहा कि बीबी ये की कीता, तो वह कहन लगी ये मेरा पति सी ते पति नाल काहदा गाहक दा मोल मैं करना या की चुन के इनू ते सब तो वधिया चीज़ निछावर कर देनी। ते बाबा बुल्ले शाह ने वो मणके सुट दिते। वो मैं वाहिगुरू नाल की गिण गिण के उन्होंने दसदा पिया भी इन्नी बार तेरा नाम लिया, जे गाजरां वाली समझ दिए भी जिहदे नाल प्रेम होए, इस प्रभु नाल भगती दे विच मैं किहड़े नाप तोल विच पै गया, मैं ते सारा कुछ निछावर करना, मैं गिणतियां विच कित्थे पिया होया। वो दिन गया ते उन्होंने माला नहीं फड़ी कि प्रभु दा सिमरन ते 24 घंटे करना है। असी बड़ी एक मूर्खता कर रहे हैं, असी बाबियां दे लड़ लग गए हैं। शायद किसी नूं चुभे, पर वो रुतबा जो गुरु साहब ने सानू किया है कि शब्द गुरु है, किसी इंसान दे विच असी वेख नहीं सकते। कोई भी जना जे सोचदा है कि मैं उस गुरगद्दी दे काबल हाँ ते सिर्फ इन्ना क चेते कर लियो उन्हें कुर्बान की कीता जे। गुरु दा रुतबा सिर्फ कुर्सी ते बहन नाल या कुछ बचन उसारन नाल नहीं जे मिलदा। गुरु दे विच सिर्फ कुर्बानियां ही कुर्बानियां ने, की कुछ वारिया गया दूसरे लई ओही सिर्फ गुरु दा रुतबा लै सकदा है, सरबंस वारिया के नहीं। या केड़ी कुर्बानी उन्हें समाज लई कर दिती कि जिहदे लई साडा सिर न्यूं जाए, उसे अगे ही करो, नहीं तो सिर कदे किसी अगे नीवा ना करियो। इस सिर ते दस्तार सजाई सी कि हमेशा चढ़दियां कलां विच उच्चा सिर रहे, उही बुलंद खालसा रखियो, किसी अगे सिर ना नीवा करियो। मेरी इन्नी की तुहाडे नाल बेनती सी, पर जांदे जांदे शाखों से टूट जाएं वो पत्ते नहीं हैं हम, शाखों से टूट जाएं वो पत्ते नहीं हैं हम, हवा को बोलो अपना रुख बदल दे। ये हुंदे ने सरदार। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। गुरु रूप गुरु दी साजी नवाजी साध संगत जी, जिस तरह के आपने बीबी जी के पासों सुनिया है
ਬੀਬੀ ਜੀ ਬਹੁਤ ਦਰਦ ਰੱਖਦੇ ਹਨ ਕੌਮ ਦਾ, ਪੰਥ ਦਾ। ਇਹਨਾਂ ਦੇ ਵਿਚਾਰਾਂ ਤੋਂ ਪਤਾ ਚੱਲਦਾ ਹੈ, ਸਰੀਰ ਕੰਬਦਾ ਹੈ ਕਿ ਸਾਨੂੰ ਕਿਹੋ ਜਿਹਾ ਹੋਣਾ ਚਾਹੀਦਾ ਹੈ। ਬੀਬੀ ਜੀ ਹੋਣਾ ਨੇ ਭਾਈ ਕਨ੍ਹਈਏ ਦੀ ਗੱਲ ਕੀਤੀ, ਜੋ ਕਿ ਅੱਜ ਰੈੱਡ ਕਰਾਸ ਦੇ ਵਿੱਚ ਤਬਦੀਲ ਹੈ। ਭਾਈ ਕਨ੍ਹਈਆ ਨੂੰ ਜਦੋਂ ਪਾਣੀ ਪਿਆਉਂਦਿਆਂ ਦੁਸ਼ਮਣ ਨੂੰ ਪਾਣੀ ਪਿਆਇਆ ਤਾਂ ਉਹਨਾਂ ਦੇ ਉੱਤੇ ਸ਼ਿਕਾਇਤ ਹੋਈ ਸੀ ਕਿ ਤੁਸੀਂ ਦੁਸ਼ਮਣ ਨੂੰ ਪਾਣੀ ਪਿਆਉਂਦੇ ਹੋ, ਤੇ ਭਾਈ ਕਨ੍ਹਈਏ ਦਾ ਜਵਾਬ ਸੀ, ਤੁਸੀਂ ਜੋ ਦਿਓ ਦੁਸ਼ਮਣੀ ਨੂੰ ਖਤਮ ਕਰਦੇ ਹੋ, ਦੁਸ਼ਮਣ ਨੂੰ ਖਤਮ ਕਰਦੇ ਹੋ, ਮੈਂ ਦੁਸ਼ਮਣੀ ਨੂੰ ਖਤਮ ਕਰਦਾ ਹਾਂ। ਭਾਈ ਕਨ੍ਹਈਏ ਦੇ ਪਾਸੋਂ ਪਾਣੀ ਪੀਣ ਵਾਲਾ ਦੁਸ਼ਮਣ ਨੇ ਦੁਬਾਰਾ ਵਾਰ ਨਹੀਂ ਕੀਤਾ ਹੋਵੇਗਾ। ਇਹ ਹੈ ਜਿਸ ਤਰ੍ਹਾਂ ਕਿ ਅਸੀਂ ਜਰਮਨ ਦੇ ਵਿੱਚ ਰਹਿ ਰਹੇ ਹਾਂ, ਸਾਨੂੰ ਵੀ ਕੋਈ ਸਮਾਜ ਸੇਵਾ ਕਰਨੀ ਚਾਹੀਦੀ ਹੈ। ਜਰਮਨ ਦੇ ਵਿੱਚ ਹਰ ਤੀਜਾ ਬੰਦਾ ਜੋ ਜਰਮਨੀ ਹੈ ਉਹ ਸਿਗਰਟ ਪੀਂਦਾ ਹੈ। ਸਾਨੂੰ ਕੁਝ ਨਾ ਕੁਝ ਜ਼ਰੂਰ ਸਮਾਜ ਸੇਵਾ ਵਾਸਤੇ ਕਰਨਾ ਚਾਹੀਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਕਿ ਸਾਡੇ ਵੀਰ ਕੁਝ ਬੇਨਤੀ ਲਿਆਏ ਹਨ, ਜੋ ਮੈਂ ਆਪਣਾ ਸਾਂਝੀ ਕਰਦਾ ਜਾਵਾਂ। ਲਿਖਿਆ ਤੇ ਬਹੁਤ ਕੁਝ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਆਪਾਂ ਬੜੇ ਫਕਰ ਨਾਲ ਸਰਦਾਰ ਖਵਾਉਂਦੇ ਹਾਂ, ਉੱਚਾ ਤੇ ਸੁੱਚਾ ਜੀਵਨ ਰੱਖਣਾ ਚਾਹੁੰਦੇ ਹਾਂ, ਗੁਰਦੁਆਰਿਆਂ ਦੇ ਵਿੱਚ ਲੜਾਈਆਂ ਝਗੜੇ ਨਾ ਹੋਣ, ਇਹ ਤੋਂ ਹੀ ਅਸੀਂ ਚਿੰਤਤ ਹਾਂ। ਜੋ ਕਿ ਵੀਰ ਵੱਲੋਂ ਬੇਨਤੀ ਹੈ ਕਿ ਜੋ ਸਾਡੀ ਪ੍ਰਬੰਧਕ ਕਮੇਟੀ ਦੁਬਾਰਾ ਹੋਂਦ ਵਿੱਚ ਆਈ ਹੈ ਜਾਂ ਅਦਾਲਤ ਵੱਲੋਂ ਸਾਡੀ ਡਿਊਟੀ ਲਾਈ ਗਈ ਹੈ, ਉਹਦੇ ਬਾਰੇ ਜਾਣਕਾਰੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਇਹਨਾਂ ਦੇ ਵਿਸ਼ੇ ਤੋਂ ਪਹਿਲਾਂ ਮੈਂ ਇੱਕ ਆਪ ਨਾਲ ਗੱਲ ਸਾਂਝੀ ਕਰਾਂ, ਤੇ ਉਸ ਤੋਂ ਫਿਰ ਅਗਲੀ ਗੱਲ ਆਪ ਨਾਲ ਸਾਂਝੀ ਕੀਤੀ ਜਾਊਗੀ। ਮੈਂ ਚਾਹੁੰਦਾ ਹਾਂ ਕਿ ਆਪਾਂ ਕੋਈ ਵੀ ਮੁੱਦਾ ਸਟੇਜ ਤੇ ਲਿਆਉਣ ਤੋਂ ਗੁਰੇਜ਼ ਕਰੀਏ, ਪਰ ਪੁਰਾਣੀ ਪ੍ਰਬੰਧਕ ਕਮੇਟੀ ਔਰ ਹੁਣ ਮੌਜੂਦਾ ਪ੍ਰਬੰਧਕ ਕਮੇਟੀ ਦੋਨੋਂ ਹੀ ਬੈਠ ਕੇ ਜੋ ਗੁਰੂ ਘਰ ਦਾ ਹਿਸਾਬ ਕਿਤਾਬ ਹੈ ਉਹ ਸੰਗਤਾਂ ਦੇ ਸਾਹਮਣੇ ਰੱਖਣ ਕਿ ਅਕਾਊਂਟ ਵਿੱਚ ਕੀ ਅਮਾਉਂਟ ਹੈ ਤੇ ਕਿਸ ਤਰ੍ਹਾਂ ਪੈਸੇ ਜਮ੍ਹਾਂ ਹੋ ਰਹੇ ਹਨ ਜਾਂ ਕਿਸ ਤਰ੍ਹਾਂ ਕੀਤੇ ਜਾ ਰਹੇ ਹਨ। ਇਹਦਾ ਹਿਸਾਬ ਕਿਤਾਬ ਵਾਸਤੇ ਜੋ ਸਾਡੀ ਮੌਜੂਦਾ ਕਮੇਟੀ ਹੈ ਉਹ ਤੋਂ ਨਹੀਂ ਕਰ ਸਕਦੀ, ਕਿਉਂ ਕਮੇਟੀ ਦੇ ਸਿਰ ਕਈ ਜ਼ਿੰਮੇਵਾਰੀਆਂ ਹੁੰਦੀਆਂ ਹਨ, ਚੋਣ ਕਰਾਉਣੀ ਤੇ ਪ੍ਰਬੰਧ ਚਲਾਉਣਾ ਔਰ ਹਿਸਾਬ ਕਿਤਾਬ ਕਰਨਾ। ਇਹਦੇ ਨਾਲ ਸੰਯੋਗ ਦੀ ਲੋੜ ਹੈ ਕਿ ਪੁਰਾਣੀ ਪ੍ਰਬੰਧਕ ਕਮੇਟੀ ਦੇ ਵਿੱਚੋਂ ਜੇ ਜ਼ਿਆਦਾ ਨਹੀਂ ਤੇ 2 ਬੰਦੇ ਆਪਣਾ ਟਾਈਮ ਕੱਢਣ, ਔਰ ਜਿਹੜੀ ਨਵੀਂ ਪ੍ਰਬੰਧਕ ਕਮੇਟੀ ਆ ਇਹ 2 ਬੰਦੇ ਟਾਈਮ ਕੱਢਣ ਤੇ 2 ਬੰਦੇ ਸੰਗਤ ਵਿੱਚੋਂ ਇਹ 6 ਮੈਂਬਰੀ ਕਮੇਟੀ ਬਣ ਕੇ ਤੇ ਗੁਰੂ ਘਰ ਦਾ ਹਿਸਾਬ ਕਿਤਾਬ ਜਿਹੜਾ ਹੈ ਉਹ ਸੰਗਤਾਂ ਦੇ ਸਾਹਮਣੇ ਰੱਖਿਆ ਜਾਵੇ, ਜੋ ਕਿ ਗੁਰਦੁਆਰੇ ਦੇ ਪ੍ਰਬੰਧ ਵਿੱਚ ਜਾਂ ਗੁਰਦੁਆਰੇ ਦੇ ਵਿੱਚ ਕਿਸੇ ਵੀ ਗੱਲ ਦਾ ਝਗੜੇ ਦਾ ਕਾਰਨ ਨਾ ਬਣੇ। ਮੈਂ ਕੁਲਵਿੰਦਰ ਸਿੰਘ ਡਰਮਸਟੱਡ ਤੇ ਸਮੂਹ ਸਾਧ ਸੰਗਤ ਵੱਲੋਂ ਜੋ ਉਹਨਾਂ ਨੇ ਕੁਝ ਸਾਈਨ ਵੀ ਕਰਾਏ ਹਨ, ਮੈਂ ਬੇਨਤੀ ਕਰਦਾ ਹਾਂ ਕਿ 1 ਹਫ਼ਤੇ ਦੇ ਵਿੱਚ, ਜੋ ਕਿ ਕੱਲ੍ਹ ਨੂੰ ਆਪਾਂ ਮੀਟਿੰਗ ਵੀ ਰੱਖੀ ਆ, ਉਹਦੇ ਵਿੱਚ ਇਹ ਫੈਸਲਾ ਲਿਆ ਜਾਵੇ ਕਿ 6 ਬੰਦੇ ਜਿਹੜੇ ਨੇ, 2 ਬੰਦੇ ਸੰਗਤ ਵਿੱਚੋਂ, 2 ਪੁਰਾਣੀ ਕਮੇਟੀ ਤੇ 2 ਨਵੀਂ ਕਮੇਟੀ, ਕਿਉਂਕਿ ਪੁਰਾਣੀ ਕਮੇਟੀ ਦਾ ਹੋਣਾ ਨਾਲ ਜ਼ਰੂਰੀ ਹੈ ਕਿ ਉਹ ਪੁੱਛਿਆ ਜਾਵੇ ਕਿ ਹਿਸਾਬ ਕਿਤਾਬ ਕਿੱਦਾਂ ਵਾ, ਪੈਸਾ ਕਿੱਥੇ ਖਰਚ ਹੋਇਆ ਹੈ, ਤੇ ਨਵੀਂ ਕਮੇਟੀ ਨਾਲ ਹੋਵੇ ਤੇ 2 ਬੰਦੇ ਸੰਗਤ ਵਿੱਚੋਂ ਲਏ ਜਾਣ, 6 ਬੰਦਿਆਂ ਦੀ ਜਿਹੜੀ ਆ ਕਮੇਟੀ ਬਣਾਈ ਜਾਵੇ ਤੇ ਉਹ ਹਿਸਾਬ ਕਿਤਾਬ ਸੰਗਤ ਦੇ ਸਾਹਮਣੇ ਰੱਖੇ। ਇੰਨੀਆਂ ਕੀ ਬੇਨਤੀਆਂ ਹਨ। ਹੁਣ ਮੈਂ ਬੇਨਤੀ ਕਰਾਂਗਾ ਸਾਡੇ ਭੈਣ ਜੀ ਹਰਸਿੰਦਰ ਕੌਰ ਹੋਣਾ ਨੂੰ ਕਿ ਉਹ ਜੋ ਸੰਗਤ ਦਾ ਸਨਮਾਨਿਤ ਹੈ ਉਹ ਆਣ ਕੇ ਸਨਮਾਨਿਤ ਲੈਣ। ਮੈਂ ਗੁਰੂ ਘਰ ਦੇ ਗ੍ਰੰਥੀ
ਸਿੰਘ भाई संदीप सिंह होना बेनती करांगा, भाई बलविंदर सिंह होना कि वो भी स्टेज ते आउण ते बीबी जी नूं सन्मानित करन। वाहिगुरू जी का खालसा, वाहिगुरू जी की सोनियाल। हुण मैं बेनती करांगा भाई मोहन सिंह होना नूं जिन्हां दे पासों आपां कथा सरवण कीती है, वो आण के सन्मानित हासिल करन। भाई मोहन सिंह। बोले सोनियाल। वाहिगुरू जी का खालसा, वाहिगुरू जी की फतेह। गुरु प्यारी साध संगत जी, इसे तरह ही कि जो पंजाब दे विच आपने सुनिया है, धन धन साहिब श्री गुरु ग्रंथ साहब और काफ़ी पोथियां गुरु ग्रंथ साहब दियां अग्नि भेट होइयां हन, जो कि बार बार सिखां नूं ये छेड़िया जाता है। हाँ जी, संगतां नूं बेनती है कि थले स्कूल दे विच जो कि मीडिया वालों विचार आपदे जाने जाणगे, थले स्कूल दे विच समाप्ति तो बाद आपने सारिਆਂ ने पहुँचना है तो अपने जो विचार हैं उहदे प्रति आपां विचार करने हैं। सारिਆਂ ने थले हाज़र होना है, बेनती प्रवान करनी। हुण मैं बेनती करांगा 2 मिनट वास्ते गुरु घर के मीत प्रधान भाई साहब भाई कमलजीत सिंह राय वो स्टेज ते आउण ते संगतां नाल धन्नवाद करन। अगले हफ्ते साडे गुरु घर विच संस्था के प्रधान भाई साहब भाई बाबा सिंह गिल वालों बेनती आ संगतां नूं कि हुम हुमा के पहुँचो। शहीदां दी याद विच प्रोग्राम करवाया जा रहा है, जिहदे विच साडे इंडिया तो हरविंदर सिंह खालसा पहुँच रहे हैं। आपने हुम हुमा के पहुँचना तो उन्हां दे विचार सुनने हैं। वाहिगुरू जी का खालसा, वाहिगुरू जी की फतेह। धन धन साहिब श्री गुरु ग्रंथ साहिब जी की हजूरी अंदर जोड़ बैठे गुरु सवारे खालसा साध संगत जीओ, वाहिगुरू जी का खालसा, वाहिगुरू जी की फतेह। बड़िया भागां वाले हाँ कि गुरु पातशाह दियां खुशियां प्राप्त लैं गुरुद्वारा साहब गुरु पातशाह के दर्शन करन उपरंत विद्वान लोगों के विचार सुन ले एकत्र होए हाँ। असी दिल दियां गहराइयां चो धन्नवादी हाँ बीबी हरशिंदर कौर जी होना दे, जिन्हां ने बहुत ही वधिया तरीके नाल अपने विचार जो हन संगतां तक साझे कीते हन। क्यों उन्हां दी विदवता ते शायद किसी नूं कोई शक नहीं कि उन्हां ने जो भरूण हत्या ते जो भी पलांघां पट्टियां हन शलाघायोग हन। अज बॉलीवुड मजबूर है उन्हां दी लिख ते फिल्म बनाउण लई। असी दिलों धन्नवादी हाँ उन्हां दे भी, उन्हां प्रबंधक वीरां दे जिन्हां ने उन्होंने इत्थे सद्दा पत्तर भेज के इत्थे सानू उन्हां दे दर्शन करने का मौका मिलिया। नाल ही मीडिया दे सिख चैनल मीडिया पंजाब जो कि उन्हां दी कवरेज करके जेड़े लोग नहीं भी देख सके उन्हां तक पहुँचाउण दा उपराला करनगे। एक निक्की जी गल करदा जावां, जिमें कि भैन जी उन्होंने बहुत ही वधिया तरीके नाल गल कीती। जिमें कल आपां भी 4 साहिबजादियां बारे फिल्म देखी ही है कि निक्के निक्के बाल उन्होंने किस तरह शहादतां दित्तियां। उन्हां वीरां दे, उन्हां नौजवान वीरां दे भी असीं धन्नवादी हां जिन्हां ने वो उपराला कीता। उन्हां संगतां दे भी धन्नवादी हां जिन्हां ने पहुँच के उन्हां दा हौसला वधाया। कि सब तो वड्डी जिम्मेवारी अज मेरियां उन्हां मातावां भैणां ते आण पई है। अक्सर उन्हां दे नाल उंगली लाया बच्चा सिर ते बाल ना होण ते किते गुरु पातशाह पुछ लैण कि मैं अज तुहाडे लई अपने बच्चे शहीद करवाए सन। उन्हां दे सिर ते हत्थ फेरन, उन्हां नूं अपने जीत, अपना जुझार, अपना जोरावर, अपना फतेह सिंह नज़र ना आवे। कई बारी असीं हो जाने इहो जिहा ही देख के 2-4 दिन ही जज्बाती हो के बस बाद फिर उत्थे आ टिकते हैं। खालसा जीओ, ये कोई दुनियावी फिल्म नहीं सी।
ये एक होया वापरिया साडे नाल साका है जो निक्कियां जिंदां ने वड्डे साके कर दिखाए है। उपराला करना चाहिए है साडियां मावां भैणां नूं भी साडे वीरां नूं भी इस नूं तोर अंदर तक लगा सकीए। इसी बेनती दूसरी बेनती है कि कई वीरां वालों कई सी सानूं गल्लां बातां सामने आईयां हन, जिवें वीर ने हुणे दस्सिया, क्योंकि मैं इन्नी छेती दा चिट्ठी पढ़ नहीं सकता कि असीं की लिया की दिता, जदों असीं प्रबंध च आए की हिसाब किताब आ। आउण वाले दिनां च असीं सारा कुछ नोट्स बोर्ड ते लावांगे, क्योंकि कल नूं 2:30 बजे असीं वायराट पुरानी कमेटी नवीं कमेटी दी मीटिंग इस संबंध विच ही सद्दी है। तो बेनती करते होर भी जिहड़ा वीर कोल टाइम होवे वो इस मीटिंग च आ सकता है, क्योंकि असीं कुछ चीज़ां विचार अधीन हैं, क्योंकि साडे कोल इन्ने ज़्यादा बिल आए पे हैं जो आपां देने हैं, क्योंकि मुड़ के दोबारा ये गल हो जाती है कि ये कल्ले नहीं इन्होंने ऐ क्यों किया, क्योंकि सारिਆਂ ਦੀ नॉलेज सारी गल होनी बहुत जरूरी है। एक दो साडे मेन प्रॉब्लमां सानू हैं, क्योंकि कई बार असीं कहने भी असीं जे एक लैन चुकते दूसरी लैन भी पैरल चलनी, इत्थे दा प्रबंध जो है जिन्ना चिर असीं हैं साडी मजबूरी है सानू करना पैना। उहदे च की कमियां पेशियां आ रही वो असीं तुहाडे नाल ही साझियां करनियां ताकि उन्हां नूं दूर किया जा सके। क्योंकि जिवें वीर होनी पुछदे हैं संगतां दा उत्साह घटिया है, साडी इनकम डाउन होई पई है, साडे कोल 17-18 हज़ार एरो ही सारा साडे अकाउंट है, पर साडे बिल बहुत काफ़ी देने वाले हैं। एक छत का जो इकट्ठा पैसा आ गया सानू 10,000 ਜਾਂ होर घट्टो घट्ट काफ़ी बिल है जिहड़े, इस करके असीं उन्हां समूह वीरां नूं भी बेनती करते हैं जिहड़े साडा सहयोग कोई वधिया सुझाव दे सकते, प्लस बाईरार साहब जरूर पहुँचन, कमेटी वाले जरूर पहुँचन ते पुरानी कमेटी वाले, क्योंकि ये कल्ले किसी कार्य का काम नहीं, सारिਆਂ ਨੂੰ ही हथ जोड़ के बेनती है कि होर भी जिहड़े वीर जिहड़े टाइम कढ़ सकते आ वो आ जाण कल 2:30 बजे, ताकि आपां बड़े वधिया तरीके नाल बैठ के ये बारे विचार वटांदरा कर सकीए। इन्नियां होईयां भुलां चुकां दी खिमा। वाहिगुरू जी का खालसा वाहिगुरू जी की फतेह। एक का बेनती हुणे आई है जो 11 दसंबर नूं बेल्जियम विखे रोस मुजाहरा हो रहा है, उस विच समूह संगतां नूं बेनती है बेनती है कि उत्थे मुजाहरा नहीं, हाल दे अंदर ही लॉबी हो रही है जो कि बैठ के उन्हां नाल अपना केस उन्हां सामने पुट करना है। इसलिए बेनती है कि जेड़े भी वीर वध तो वध उत्थे पहुँच सकते होण जरूर पहुँचण। ये सी प्रबंधकां वल्लों बेनती। वाहिगुरू जी का खालसा वाहिगुरू जी की फतेह। जानी करवाया, उस तो बाद बीबी जी होना ने जो साडा लासानी इतिहास है उस इतिहास के बारे दसिया कि किवें साडे बजुर्गां ने कुर्बानियां कीतियां हन। अज उस इतिहास तो असीं अपने बच्चिआं नूं जाणू कराइए अते उहदे नाल ही जिन्हां थावां दे उत्ते रहिंदे हां उन्हां थावां दे उत्ते रहिंदिआं होइआं जिहड़ा है उन्हां भाषावां दे विच लिटरेचर जो है असीं छपवा के वंਡੀਏ तां कि उन्हां नूं भी साडे बारे पता लग सके कि असीं कौन हाँ अते कित्थों आए हाँ अते साडे मेन मकसद की हन। जदों यहूदियां दी थोड़ी गिणती रह गई तां वो अपने पोपां दे कोल गए, उन्होंने जाके उस पोपां नूं पुछया अपने वड्डियां नूं कि असीं बहुत चिंतातुर हाँ, साडी गिणती थोड़ी रह गई है, इस गिणती नूं जिहड़ा है किवें वधाया जा सके, आउण वाली नवीं जनरेशन नूं किवें पैदा किया जा सके। तां उन्होंने उन्हां यहूदियां नूं पोपां ने दस्सिया कि 4 गल्लां वल जिहड़ा है तुसीं ध्यान रखना कि जेकर 4 गल्लां नूं तुसीं नहीं भुलाओगे तां आउण वाले समय दे विच तुहाडा नाम जिहड़ा है संसार दे विच होवेगा। वो पहलियां 4 गल्लां इह सन कि अपने जिहड़े बच्चे हन आउण वाले उन्हां नूं अपनी जुबान जिहड़ी है ये नहीं भुल्लण देनी। दूसरी गल ये है कि आप भावें तुसीं भुखियां सौ जाओ पर अपने बच्चिआं नूं अपनियां बच्चियां नूं जिहड़ी है उचेरी विद्या वध तो वध उन्हां नूं जिहड़ी है स्टडी करवाओ। तीसरी गल ये सी कि अपना जो लासानी इतिहास है उस इतिहास तो जानू कराओ। ते चौथी गल ये है कि अपने बच्चिआं नूं सवेरे शाम एक गल ये कहो कि असीं गुलाम हाँ, असीं आज़ाद होना है। तो इन्हां चौहां गल्लां दे उत्ते यहूदियां ने पहरा दिता
ਅੱਜ ਜਦੋਂ ਅਸੀਂ ਉਹਨਾਂ ਦਾ ਇਤਿਹਾਸ ਪੜ੍ਹਦੇ ਹਾਂ, ਉਹਨਾਂ ਦੀਆਂ ਆਪਣੀਆਂ ਅਖਬਾਰਾਂ ਅਤੇ ਹੋਰ ਬਹੁਤ ਕੁਝ ਜਿਹੜਾ ਹੈ ਆਪਣਾ ਉਹਨਾਂ ਦੇ ਕੋਲ ਹੈ, ਉਹਨਾਂ ਦਾ ਨਾਮ ਵੀ ਹੈ, ਵੱਡੇ ਵੱਡੇ ਉਹਨਾਂ ਦੇ ਜਿਹੜੇ ਬਿਜ਼ਨਸ ਹਨ। ਅੱਜ ਲੋੜ ਹੈ ਜਿੱਥੇ ਅਸੀਂ ਰਹਿੰਦੇ ਹਾਂ, ਕਈ ਵਾਰ ਵੈਸੇ ਗੱਲ ਬਿਲਕੁਲ ਸਹੀ ਹੈ, ਇੱਥੇ ਕਈ ਵਾਰ ਜਦੋਂ ਸਾਡੇ ਕੋਲ ਬਾਹਰੋਂ ਕੋਈ ਗੋਰੇ ਲੋਕ ਆ ਜਾਂਦੇ ਹਨ ਡਿਉਚ ਜਾਂ ਹੋਰ ਜਿਹੜੇ ਗੁਰਦੁਆਰਾ ਸਾਹਿਬ ਵੇਖਣ ਵਾਸਤੇ, ਇੱਕ ਬੜੀ ਅਫਸੋਸ ਦੀ ਗੱਲ ਹੈ, ਮੈਂ ਪਹਿਲਾਂ ਵੀ ਕਈ ਵਾਰ ਪ੍ਰਬੰਧਕਾਂ ਨੂੰ ਜਿਹੜਾ ਇਹ ਗੱਲ ਕਹੀ ਹੈ ਕਿ ਸਾਡੇ ਕੋਲ ਉਹਨਾਂ ਦੀ ਭਾਸ਼ਾ ਦੇ ਵਿੱਚੋਂ ਜਦੋਂ ਲਿਟਰੇਚਰ ਮੰਗਦੇ ਆ ਨਾ, ਸਾਡੇ ਕੋਲ ਉਹ ਲਿਟਰੇਚਰ ਨਹੀਂ ਹੈਗਾ ਉਹਨਾਂ ਦੀ ਭਾਸ਼ਾ ਵਿੱਚ ਕਿ ਉਹਨਾਂ ਨੂੰ ਅਸੀਂ ਉਹ ਲਿਟਰੇਚਰ ਦਈਏ। ਇਹ ਜਿਹੜੀ ਸਭ ਤੋਂ ਵੱਡੀ ਗੱਲ ਹੈ, ਕਿਉਂਕਿ ਅਸੀਂ ਹੋਰ ਕੰਮਾਂ 'ਚ ਪਏ ਹਾਂ, ਉਹ ਕੰਮ ਮੁੱਕਦੇ ਨਹੀਂ ਤੇ ਅਸੀਂ ਜਿਹੜਾ ਲਿਟਰੇਚਰ ਜਿਹੜਾ ਕਿੱਥੋਂ ਛਪਾਉਣਾ। ਦੂਜੀ ਗੱਲ, ਜਿਹੜਾ ਇਹ ਸਾਡਾ ਸਥਾਨ ਆ ਗੁਰਦੁਆਰਾ ਸਾਹਿਬ, ਕਈ ਵਾਰ ਬਾਹਰ ਉਹ ਵੇਖਦੇ ਆ ਖਲੋ ਕੇ ਵੀ ਇੱਥੇ ਕੌਣ ਨੇ, ਕਿਉਂਕਿ ਲਾਗੇ ਮਸਜਿਦ ਆ, ਬਾਹਰ ਤੁਰੇ ਜਾਈਏ ਉਹਨਾਂ ਨੂੰ ਪਤਾ ਨਹੀਂ ਲੱਗਦਾ, ਉਹ ਬਾਹਰ ਤੁਰੇ ਜਾਂਦਿਆਂ ਨੂੰ ਕਈ ਵਾਰ ਕਹਿੰਦੇ ਅਸਲਾਮ ਅਲੈਕੁਮ, ਉਹ ਸਾਨੂੰ ਵੀ ਮੁਸਲਮਾਨ ਸਮਝਦੇ ਆ। ਜੇਕਰ ਅਸੀਂ ਆਪਣੇ ਗੁਰਦੁਆਰੇ ਦੇ ਬਾਰੇ ਜਿਹੜੀ ਜਾਣਕਾਰੀ ਇੰਗਲਿਸ਼ ਦੇ ਵਿੱਚ ਜਾਂ ਇਹਨਾਂ ਦੀ ਭਾਸ਼ਾ ਦੇ ਵਿੱਚ ਕਿਤੇ ਬਾਹਰ ਬੋਰਡ ਲਾਇਆ ਹੋਵੇ ਤੇ ਉਹਨਾਂ ਨੂੰ ਉਹ ਬੋਰਡ ਬਾਰੇ ਪੜ੍ਹ ਕੇ ਪਤਾ ਲੱਗ ਜਾਵੇ ਕਿ ਇਹ ਵਾਕਈ ਸਿੱਖਾਂ ਦਾ ਸਥਾਨ ਆ ਤੇ ਉਹ ਮੁਸਲਮਾਨਾਂ ਦੀ ਵੱਖੀ ਜਿਹੜੀ ਆ ਉਹ ਮਸਜਿਦ ਵੱਖਰੀ ਆ। ਇਹਨਾਂ ਗੱਲਾਂ ਵੱਲ ਅੱਜ ਜਿਹੜਾ ਜ਼ਰੂਰੀ ਧਿਆਨ ਦੇਣ ਦੀ ਲੋੜ ਆ। ਜਿਵੇਂ ਅਸੀਂ ਥੱਲੇ ਪੰਜਾਬੀ ਸਕੂਲ ਚਲਾਇਆ, ਬੱਚਿਆਂ ਨੂੰ ਪੰਜਾਬੀ ਦੀ ਸਿੱਖਿਆ ਦਿੱਤੀ ਜਾਂਦੀ ਆ, ਗੁਰਮਤ ਦੇ ਕੈਂਪ ਲਗਾਏ ਜਾਂਦੇ ਆ, ਵੱਡਿਆਂ ਦੀਆਂ ਕਲਾਸਾਂ ਵੀ ਲੱਗਦੀਆਂ ਵਾ, ਇਹ ਜਿਹੜੀਆਂ ਜ਼ਰੂਰੀ ਚੀਜ਼ਾਂ ਵਾ ਤਾਂ ਕਿ ਇਹਨਾਂ ਦੀ ਭਾਸ਼ਾ ਦੇ ਵਿੱਚ ਜਿਹੜਾ ਆਪਾਂ ਲਿਟਰੇਚਰ ਛਾਪ ਕੇ ਇਹਨਾਂ ਨੂੰ ਦਈਏ, ਇਹਨਾਂ ਨੂੰ ਜਾਣਕਾਰੀ ਹੋਵੇ, ਇਹਨਾਂ ਨੂੰ ਪਤਾ ਲੱਗੇ ਸਾਡੇ ਧਰਮ ਦੇ ਬਾਰੇ। ਇੱਕ ਦੂਸਰੀ ਬੇਨਤੀ ਇਹ ਆ ਕਿ ਜਿਵੇਂ ਅੱਜ ਅਸੀਂ ਕਈ ਵਾਰ ਅਖਬਾਰਾਂ 'ਚ ਪੜ੍ਹਦੇ ਹਾਂ ਕਿ ਅਸੀਂ ਪੰਜਾਬ ਤੋਂ ਆਏ ਹਾਂ ਤੇ ਕਈ ਵਾਰ ਕੋਈ ਪਰਿਵਾਰ ਦੇ ਕਿਸੇ ਵਿਅਕਤੀ ਦੇ ਨਾਲ ਉਹੋ ਜਿਹੀ ਘਟਨਾ ਹੋ ਜਾਵੇ, ਉਹਦੀ ਜਿਹੜੀ ਡੈੱਡ ਬੋਡੀ ਹੈ ਇੰਡੀਆ ਭੇਜਣੀ ਹੋਵੇ ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਕਈ ਯਤਨ ਕਰਨੇ ਪੈਂਦੇ ਹਨ। ਕਈ ਗਰੀਬ ਪਰਿਵਾਰ ਹੁੰਦੇ ਹਨ, ਉਹ ਇੱਥੋਂ ਤੱਕ ਪਹੁੰਚ ਨਹੀਂ ਕਰ ਸਕਦੇ ਕਿ ਆਪਣੇ ਬੱਚੇ ਦੀ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਉਹ ਡੈੱਡ ਬੋਡੀ ਨੂੰ ਜਿਹੜਾ ਹੈ ਇੰਡੀਆ ਪਹੁੰਚਾ ਸਕਣ। ਤੇ ਕਈ ਵਾਰ ਕਿਉਂਕਿ ਸਤਿਗੁਰੂ ਜੀ ਨੇ ਇੰਨੀ ਕਿਰਪਾ ਮਿਹਰਮਤ ਕੀਤੀ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਤੋਂ ਜਿਹੜੀ ਆ ਉਹ ਮਾਇਆ ਇਕੱਠੀ ਕਰਕੇ ਜਿਹੜੀ ਆ ਉਹਨਾਂ ਨੂੰ ਦਿੰਦੇ ਆ ਤਾਂ ਕਿ ਉਹ ਡੈੱਡ ਬੋਡੀਆਂ ਜਿਹੜੀਆਂ ਨੇ ਇੰਡੀਆ ਜਿਹੜੀਆਂ ਪਹੁੰਚ ਜਾਣ। ਇਹ ਇੱਕ ਉਪਰਾਲਾ ਕੀਤਾ ਗਿਆ ਇਹ ਵੀਰਾਂ ਵੱਲੋਂ ਕਿ ਇੰਡੀਅਨ ਅੰਬੈਸੀ ਨੇ ਇਹ ਕਿਹਾ ਹੈ ਕਿ ਤੁਸੀਂ ਵੱਧ ਤੋਂ ਵੱਧ ਜਿਹੜਾ ਵਾ ਦਸਤਖਤ ਜਿਹੜੀ ਆ ਕਰਕੇ ਸਾਨੂੰ ਦਿਓ ਤੇ ਅਸੀਂ ਉਹ ਅਗਾਂਹ ਪਹੁੰਚਾਵਾਂਗੇ ਤਾਂ ਕਿ ਇਹ ਜਿਹੜੀ ਮਨਜ਼ੂਰੀ ਮਿਲ ਜਾਵੇ ਕਿ ਇੱਥੋਂ ਕੋਈ ਡੈੱਡ ਬੋਡੀ ਇੰਡੀਆ ਭੇਜਣੀ ਹੋਵੇ ਤਾਂ ਉਹ ਫ੍ਰੀ ਜਿਹੜੀ ਆ ਜਾ ਸਕੇ। ਸੋ ਉਪਰਾਲਾ ਕੀਤਾ, ਥੱਲੇ ਅੱਜ ਜਿਹੜੇ ਆ ਦਸਤਖਤ ਜਿਹੜੇ ਕਰਵਾਏ ਜਾ ਰਹੇ ਆ। ਸਾਡਾ ਇੱਕ ਦਸਤਖਤ ਹੋ ਜਾਵੇ ਤੇ ਕਿਸੇ ਦਾ ਭਲਾ ਹੋ ਜਾਵੇ। ਇਸ ਕਰਕੇ ਜਿਨ੍ਹਾਂ ਨੇ ਵੀ ਅੱਜ ਵਾਪਸ ਜਾਣਾ ਹੈ ਪ੍ਰਸ਼ਾਦਾ ਛਕ ਕੇ ਜਾਂ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਆ ਤੇ ਆਪਣੇ ਜਿਹੜੇ ਆ ਦਸਤਖਤ ਜਿਹੜੇ ਆ ਥੱਲੇ ਜ਼ਰੂਰ ਕਰਕੇ ਜਾਓ ਤਾਂ ਕਿ ਉਹ ਵੱਧ ਤੋਂ ਵੱਧ ਦਸਤਖਤ ਹੋਣ ਤੇ ਉਹ ਪੇਪਰ ਜਿਹੜਾ ਹੈ ਅੰਬੈਸੀ ਨੂੰ ਜਿੱਥੇ ਵੀ ਉਹਨਾਂ ਨੇ ਦੇਣਾ ਹੈ ਉਹ ਦਿੱਤਾ ਜਾਵੇ, ਮਨਜ਼ੂਰੀ ਮਿਲ ਜਾਵੇ ਤੇ ਕਿਸੇ ਦਾ ਜਿਹੜਾ ਹੈ ਇਹ ਭਲਾ ਹੋ ਜਾਵੇ। ਸੋ ਅਗਲੇ ਐਤਵਾਰ ਦਾ ਜੋ ਪ੍ਰੋਗਰਾਮ ਹੈ ਇਹ ਰੰਗਰੇਟੇ ਗੁਰੂ ਕੇ ਬੇਟੇ ਸ਼ਹੀਦ ਭਾਈ ਜੀਵਨ ਸਿੰਘ ਜੀ, ਉਹਨਾਂ ਦੇ ਸ਼ਹੀਦੀ ਯਾਦ ਵਿੱਚ ਹਰ ਸਾਲ ਸਰਦਾਰ ਬੱਬਾ ਸਿੰਘ ਜੀ ਗਿੱਲ ਉਹਨਾਂ ਵੱਲੋਂ ਕਰਵਾਇਆ ਜਾਂਦਾ ਹੈ। ਸ਼ੁੱਕਰਵਾਰ ਨੂੰ ਜਿਹੜਾ ਹੈ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਐਤਵਾਰ ਨੂੰ ਜਿਹੜਾ ਹੈ ਭੋਗ ਪੈਣਗੇ। ਸੋ ਸਾਰਿਆਂ ਨੇ ਇਸ ਸਮਾਗਮ ਦੇ ਵਿੱਚ ਹਾਜ਼ਰ ਹੋਣ ਦੀ ਕਿਰਪਾਲਤਾ ਕਰਨੀ ਹੈ। ਆਓ ਆਨੰਦ ਸਾਹਿਬ ਦੇ ਪਾਠ ਕਰਦੇ ਹਾਂ। ਰਾਮ ਕਲੀ ਮਹੱਲਾ